ਸ੍ਰੀ ਅਕਾਲ प्यारे बच्चों। ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪੰਨਾ ਨੰਬਰ 84 ਤੇ ਦਿੱਤੇ ਭਾਗ ਈੜੀ ਅਤੇ ਸੱਸੇ ਦਾ ਅਭਿਆਸ ਕਰਾਂਗੇ। आओ बच्चों फिर अपनी किताबां पन्ना नंबर 84 ते खोलो जी। भाग ईड़ी शब्द जोड़ो ਅਤੇ ਲਿਖੋ। प्यारे बच्चों ਤੁਸੀਂ ਮੁਹਾਰਨੀ ਦੀ ਸਹਾਇਤਾ ਨਾਲ शब्द पढ़ने ਅਤੇ लिखने सिख रहे हो ਤੇ ਅੱਜ ਇਸ ਦਾ ਹੀ ਅਸੀਂ ਅਭਿਆਸ करना है। देखो बच्चों पहला शब्द है सिर सिर। आओ बच्चों हुण इस नूं अगे समझ के लिखते हाँ। दिल दिल दिन दिन हिरन हिरन किरन किरण। आओ बच्चों हुण अगला शब्द पढ़िए। नन्ना हाहे सियारी रारा नहर। शशा हाहे सियारी रारा शहर। हुण अगला शब्द पढ़ते हाँ। कविता कविता फिल्म फिल्म सिफर सिफर। मेरे बहुत ही प्यारे बच्चों आओ इन्हां शब्दां नूं एक बारी दोहरा लैंदे हाँ। सिर दिल दिन हिरन किरण नहर शहर कविता फिल्म सिफर। प्यारे बच्चों हुण भाग सस्सा देखो। हेठां दिते शब्दां नूं सुंदर लिखाई विच लिखो। तुहाडे कोल किताब दे विच कुछ तस्वीरां दित्तियां गईयां हन ते उन्हां तस्वीरां दे नाम ही हेठां दिते गए हन ते उन्हां दे हेठां दित्ती गई है कुछ खाली जगह जिथे असीं दिते गए शब्दां नूं सोना सोना करके लिखना है। ते आओ जी फिर सोना सोना लिखते हाँ। पहला शब्द है सिर। किताब। अगला शब्द देखो बच्चों हिरन मिर्च। आओ एक बारी फिर तो लिखिए सिर किताब हिरन मिर्च। प्यारे बच्चों अज असी जो काम किया है तुसी घर दे काम विच इस काम नूं अपनी कापी ते सुंदर लिखाई विच लिखना है ते इन्हां शब्दां नूं पढ़न दा अभ्यास भी करना है। प्यारे बच्चों तुसी देख रहे हो मेरे कोल कुछ पेंसिलां हन। ਇਹ ਕਿੰਨੀਆਂ पेंसिलां हन आओ गिन के देखिए। मेरे नाल नाल गिनो प्यारे बच्चों। 1 2 3 4 5 6 7 8 9 10। ਇਹ 10 पेंसिलां हन। ਤਾਂ ਬੱਚਿਓ ਅੱਜ ਅਸੀਂ ਪੈਨਸਿਲਾਂ ਦੇ ਨਾਲ 10 ਦਾ ਜੋੜ ਤੋੜ ਕਰਾਂਗੇ। ਆਓ ਕਰੀਏ। ਬੱਚਿਓ ਇਹ ਸਿਮਰਨ ਹੈ। ਸਿਮਰਨ ਨੇ ਆਪਣੇ ਦੋਵੇਂ ਹੱਥਾਂ ਵਿੱਚ ਪੈਨਸਿਲਾਂ ਫੜੀਆਂ ਹੋਈਆਂ ਹਨ। ਸਿਮਰਨ ਦੇ ਦੋਵੇਂ ਹੱਥਾਂ ਵਿੱਚ ਕਿੰਨੀਆਂ ਪੈਨਸਿਲਾਂ ਹਨ आओ गिन के देखिए। मेरे नाल नाल गिनो प्यारे बच्चों। देखो 1 2 3 4 5 6 7 8 9। सिमरन दे इस हत्थ विच 9 पेंसिलां हन। आओ गिनीए दूजे हत्थ विच किन्नियां पेंसिलां हन। 1। सिमरन दे दूजे हत्थ विच 1 पेंसिल है। प्यारे बच्चों सिमरन दे एक हत्थ विच 9 पेंसिलां हन अते दूजे हत्थ विच 1 पेंसिल है। 9 पेंसिलां अते एक होर पेंसिल हो गईयां 10 पेंसिलां। देखो बच्चों
ਰਾਜਵੀਰ ਕੋਲ ਵੀ ਸੋਹਣੀਆਂ ਸੋਹਣੀਆਂ ਪੈਨਸਿਲਾਂ ਹਨ। ਰਾਜਵੀਰ ਨੇ ਵੀ ਆਪਣੇ ਦੋਵੇਂ ਹੱਥਾਂ ਵਿੱਚ ਪੈਨਸਿਲਾਂ ਨੂੰ ਫੜਿਆ ਹੋਇਆ ਹੈ। ਰਾਜਵੀਰ ਦੇ ਦੋਵੇਂ ਹੱਥਾਂ ਵਿੱਚ ਕਿੰਨੀਆਂ ਕਿੰਨੀਆਂ ਪੈਨਸਿਲਾਂ ਹਨ? ਆਓ ਗਿਣ ਕੇ ਦੇਖੀਏ। ਮੇਰੇ ਨਾਲ ਨਾਲ ਗਿਣੋ ਪਿਆਰੇ ਬੱਚਿਓ। 1 2 3 4 5 6 7 8। ਰਾਜਵੀਰ ਦੇ ਇਸ ਹੱਥ ਵਿੱਚ 8 ਪੈਨਸਿਲਾਂ ਹਨ। ਆਓ ਗਿਣੀਏ ਦੂਜੇ ਹੱਥ ਵਿੱਚ ਕਿੰਨੀਆਂ ਪੈਨਸਿਲਾਂ ਹਨ? ਦੇਖੋ ਬੱਚਿਓ 1 2। ਰਾਜਵੀਰ ਦੇ ਦੂਜੇ ਹੱਥ ਵਿੱਚ 2 ਪੈਨਸਿਲਾਂ ਹਨ। ਤਾਂ ਪਿਆਰੇ ਬੱਚਿਓ ਰਾਜਵੀਰ ਦੇ ਇੱਕ ਹੱਥ ਵਿੱਚ 8 ਪੈਨਸਿਲਾਂ, ਦੂਜੇ ਹੱਥ ਵਿੱਚ 2 ਪੈਨਸਿਲਾਂ, 8 ਪੈਨਸਿਲਾਂ ਅਤੇ 2 ਹੋਰ ਪੈਨਸਿਲਾਂ ਹੋ ਗਈਆਂ 10 ਪੈਨਸਿਲਾਂ। ਤੁਸੀਂ ਦੇਖ ਰਹੇ ਹੋ ਹਰਪ੍ਰੀਤ ਨੇ ਵੀ ਆਪਣੇ ਦੋਵੇਂ ਹੱਥਾਂ ਵਿੱਚ ਪੈਨਸਿਲਾਂ ਨੂੰ ਫੜਿਆ ਹੋਇਆ ਹੈ। ਹਰਪ੍ਰੀਤ ਦੇ ਦੋਵੇਂ ਹੱਥਾਂ ਵਿੱਚ ਕਿੰਨੀਆਂ ਕਿੰਨੀਆਂ ਪੈਨਸਿਲਾਂ ਹਨ? ਆਓ ਗਿਣ ਕੇ ਦੇਖੀਏ। ਮੇਰੇ ਨਾਲ ਨਾਲ ਗਿਣੋ ਬੱਚਿਓ। 1 2 3 4 5 6 7। ਹਰਪ੍ਰੀਤ ਦੇ ਇਸ ਹੱਥ ਵਿੱਚ 7 ਪੈਨਸਿਲਾਂ ਹਨ। ਆਓ ਗਿਣੀਏ ਦੂਜੇ ਹੱਥ ਵਿੱਚ ਕਿੰਨੀਆਂ ਪੈਨਸਿਲਾਂ ਹਨ? ਦੇਖੋ ਬੱਚਿਓ 1 2 3। ਹਰਪ੍ਰੀਤ ਦੇ ਦੂਜੇ ਹੱਥ ਵਿੱਚ 3 ਪੈਨਸਿਲਾਂ ਹਨ। ਤਾਂ ਪਿਆਰੇ ਬੱਚਿਓ ਹਰਪ੍ਰੀਤ ਦੇ ਇੱਕ ਹੱਥ ਵਿੱਚ 7 ਪੈਨਸਿਲਾਂ ਹਨ ਅਤੇ ਦੂਜੇ ਹੱਥ ਵਿੱਚ 3 ਪੈਨਸਿਲਾਂ ਹਨ। 7 ਪੈਨਸਿਲਾਂ ਅਤੇ 3 ਹੋਰ ਪੈਨਸਿਲਾਂ ਹੋ ਗਈਆਂ 10 ਪੈਨਸਿਲਾਂ। ਇਹ ਦੇਖੋ ਬੱਚਿਓ ਇਹ ਜਸਕਰਨ ਹੈ। ਜਸਕਰਨ ਕੋਲ ਵੀ ਸੋਹਣੀਆਂ ਸੋਹਣੀਆਂ ਪੈਨਸਿਲਾਂ ਹਨ। ਜਸਕਰਨ ਨੇ ਵੀ ਆਪਣੇ ਦੋਵੇਂ ਹੱਥਾਂ ਵਿੱਚ ਪੈਨਸਿਲਾਂ ਨੂੰ ਫੜਿਆ ਹੋਇਆ ਹੈ। ਆਓ ਗਿਣ ਕੇ ਦੇਖੀਏ ਜਸਕਰਨ ਦੇ ਦੋਵੇਂ ਹੱਥਾਂ ਵਿੱਚ ਕਿੰਨੀਆਂ ਕਿੰਨੀਆਂ ਪੈਨਸਿਲਾਂ ਹਨ? ਮੇਰੇ ਨਾਲ ਨਾਲ ਗਿਣੋ ਪਿਆਰੇ ਬੱਚਿਓ। ਇਹ ਦੇਖੋ 1 2 3 4 5 6। ਰਾਜਵੀਰ ਦੇ ਇਸ ਹੱਥ ਵਿੱਚ 6 ਪੈਨਸਿਲਾਂ ਹਨ। ਆਓ ਗਿਣੀਏ ਦੂਜੇ ਹੱਥ ਵਿੱਚ ਕਿੰਨੀਆਂ ਪੈਨਸਿਲਾਂ ਹਨ? ਆਓ ਗਿਣੀਏ ਦੂਜੇ ਹੱਥ ਵਿੱਚ ਕਿੰਨੀਆਂ ਪੈਨਸਿਲਾਂ ਹਨ? ਮੇਰੇ ਨਾਲ ਨਾਲ ਗਿਣੋ ਬੱਚਿਓ। ਇਹ ਦੇਖੋ 1 2 3 4। ਜਸਕਰਨ ਦੇ ਦੂਜੇ ਹੱਥ ਵਿੱਚ 4 ਪੈਨਸਿਲਾਂ ਹਨ। ਤਾਂ ਦੇਖੋ ਬੱਚਿਓ ਇੱਕ ਹੱਥ ਵਿੱਚ 6 ਪੈਨਸਿਲਾਂ ਹਨ, ਦੂਜੇ ਹੱਥ ਵਿੱਚ 4 ਪੈਨਸਿਲਾਂ ਹਨ। 6 ਪੈਨਸਿਲਾਂ ਅਤੇ 4 ਹੋਰ ਪੈਨਸਿਲਾਂ ਹੋ ਗਈਆਂ 10 ਪੈਨਸਿਲਾਂ। ਪਿਆਰੇ ਬੱਚਿਓ ਹੁਣ ਤੁਸੀਂ ਆਪਣੇ ਘਰ ਕੋਈ ਵੀ 10 ਵਸਤੂਆਂ ਦੇ ਨਾਲ 10 ਦਾ ਜੋੜ ਤੋੜ ਜ਼ਰੂਰ ਕਰਨਾ ਹੈ। ਬੱਚਿਓ ਤੁਸੀਂ ਕੋਈ ਵੀ 10 ਵਸਤੂਆਂ ਆਪਣੇ ਦੋਵੇਂ ਹੱਥਾਂ ਵਿੱਚ ਫੜਨੀਆਂ ਹਨ ਅਤੇ ਫਿਰ ਦੇਖਣਾ ਹੈ ਕਿ ਤੁਹਾਡੇ ਸੱਜੇ ਹੱਥ ਵਿੱਚ ਕਿੰਨੀਆਂ ਵਸਤੂਆਂ ਹਨ ਅਤੇ ਖੱਬੇ ਹੱਥ ਵਿੱਚ ਕਿੰਨੀਆਂ ਵਸਤੂਆਂ ਹਨ। ਉਹਨਾਂ ਨੂੰ ਗਿਣਨਾ ਹੈ ਤੇ ਫਿਰ ਵਸਤੂਆਂ ਨੂੰ ਮਿਲਾਉਣਾ ਹੈ ਤੇ ਫਿਰ ਗਿਣ ਕੇ ਦੇਖਣਾ ਹੈ ਹੁਣ ਕਿੰਨੀਆਂ ਵਸਤੂਆਂ ਹੋ ਗਈਆਂ। ਫਿਰ ਦੋਵੇਂ ਹੱਥਾਂ ਵਿੱਚ ਫੜਨੀਆਂ ਹਨ ਅਤੇ ਫਿਰ ਉਹਨਾਂ ਨੂੰ ਗਿਣਨਾ ਹੈ। ਇਸੇ ਤਰ੍ਹਾਂ ਹੀ ਤੁਸੀਂ ਵਸਤੂਆਂ ਦੇ ਨਾਲ 10 ਦਾ ਜੋੜ ਤੋੜ ਕਰਨਾ ਹੈ। ਧਿਆਨ ਨਾਲ ਦੇਖੋ ਪਿਆਰੇ ਬੱਚਿਓ ਰਾਜਵੀਰ ਦੇ ਦੋਹਾਂ ਹੱਥਾਂ ਵਿੱਚ ਫੜੀਆਂ ਪੈਨਸਿਲਾਂ ਨੂੰ ਕਿਹੜਾ ਜੋੜ ਤੱਤ ਸਹੀ ਦਰਸਾਉਂਦਾ ਹੈ। ਤੁਸੀਂ ਦੇਖ ਰਹੇ ਹੋ ਰਾਜਵੀਰ ਨੇ ਆਪਣੇ ਦੋਹਾਂ ਹੱਥਾਂ ਵਿੱਚ ਪੈਨਸਿਲਾਂ ਫੜੀਆਂ ਹੋਈਆਂ ਹਨ। ਦੇਖੋ ਤੇ ਗਿਣੋ ਰਾਜਵੀਰ ਦੇ ਦੋਹਾਂ ਹੱਥਾਂ ਵਿੱਚ ਕਿੰਨੀਆਂ ਕਿੰਨੀਆਂ ਪੈਨਸਿਲਾਂ ਹਨ। ਹਾਂਜੀ ਰਾਜਵੀਰ ਦੇ ਇੱਕ ਹੱਥ ਵਿੱਚ 8 ਪੈਨਸਿਲਾਂ ਹਨ ਅਤੇ ਦੂਜੇ ਹੱਥ ਵਿੱਚ 2 ਪੈਨਸਿਲਾਂ ਹਨ। ਇਸ ਦਾ ਸਹੀ ਉੱਤਰ ਹੈ 8 ਜੋੜ 2। Good morning, children. Your Rachna ma'am is again with you. Today we'll play a game. Look here, all your friends are with me, and I will speak out a letter. You will come here and tell me where that letter is. Then you will pick that letter and give it to me. Are you ready? Good. I am ready too. Children, this game is known as board scramble. So now you will tell me. Here is the letter R. R, rose. Find it out. R. Very good. Pick it up.
Rose. Very good. Now you will tell me where is the letter A. Your best friend A. Ma'am, A. Very good. Give it to me. Good. Look here, children. It is A. Apple. Now you will find the letter T. Yes, let me see. Who will find the letter T? T. Very good. Well done. Give it to me. Great. T. T makes the sound T. Great. Now go for the letter J. Joker. Can you find it? Yes, ma'am. Then find out. Ma'am, Joker. Very good. Give it to me. Great. Now I want the letter B. Ball. Ma'am, B. Very good. Give it. Great. B makes the sound B. Now, children, I want the letter L. Can you find the letter L? Yes, ma'am. Then find it. L. Ma'am, L. Very good, Gopal. Well done. So pick it up and give it to me. It is L, lion. L makes the sound L. Great. Now, search for the letter P. P. Ma'am, P. Very good. P. So this is P. Parrot. Good. Great. Okay. Now find out the letter G. Grapes. G. Ma'am, G. Very good. So children, look here. It is G. Grapes. Well done. Now read out all the letters left behind. Yes. Q. And this one? O. Very good. D. Doll. K. K. C. H. Her hand. Well done. Thank you. Great. I hope all of you enjoyed this lesson. Me too. That's all for today. And now it's time for your homework. Children, in your homework, you can practice this activity with your friends. And please do write a page from A to T in your notebook. I'll meet you again. Till then, keep learning. Bye-bye. रात ने चादर समेट ਦਿੱਤੀ ਹੈ सूरज ने रोशनी बिखेर ਦਿੱਤੀ ਹੈ ਨਵਾਂ ਸਵੇਰਾ ਨਵੀਂ ਕਿਰਨ ਨਵੀਂ ਉਮੀਦ ਤੇ ਤੁਹਾਡੀ ਪਿਆਰੀ ਜਿਹੀ ਮੁਸਕਰਾਹਟ ਦੇ ਨਾਲ ਆਓ ਜੀ ਅੱਜ ਦੀ ਆਨਲਾਈਨ ਜਮਾਤ ਸ਼ੁਰੂ ਕਰਦੇ ਹਾਂ ਮੇਰੇ ਨੰਨੇ ਮੁੰਨੇ ਪਿਆਰੇ ਪਿਆਰੇ ਬੱਚਿਓ ਅੱਜ ਆਪਾਂ ਪਾਠ 2 ਜਾਗੋ ਜਾਗੋ ਹੋਇਆ ਸਵੇਰਾ ਦਾ ਪ੍ਰਸ਼ਨ ਨੰਬਰ 4 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਕਰਾਂਗੇ ਤਾਂ ਚਲੋ ਜੀ आओ छेती छेती करिए फिर। हाँ जी बच्चों, अपना पहला प्रश्न है सूरज चढ़न नाल की हुंदा है। दोबारा सुनो बच्चों, सूरज चढ़न नाल की हुंदा है। आओ जी इस प्रश्न का उत्तर कविता विचों लभीए। जागो जागो होया सवेरा, जागो जागो होया सवेरा, सूरज चढ़िया मिटिया नेरा, जागो जागो होया सवेरा, सूरज चढ़िया मिटिया नेरा। ਤਾਂ ਦੱਸੋ ਫਿਰ ਬੱਚਿਓ ਸੂਰਜ ਚੜ੍ਹਨ ਨਾਲ ਕੀ ਹੁੰਦਾ ਹੈ? ਹਨੇਰਾ ਮਿਟਦਾ ਹੈ। ਹਾਂਜੀ ਬਿਲਕੁਲ ਸਹੀ। ਆਓ ਜੀ ਵੇਖੀਏ ਇਸ ਪ੍ਰਸ਼ਨ ਦਾ ਉੱਤਰ ਕਿਵੇਂ ਲਿਖਣਾ ਹੈ। ਸੂਰਜ ਚੜ੍ਹਨ ਨਾਲ ਕੀ ਹੁੰਦਾ ਹੈ? ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੁੰਦਾ ਹੈ। ਇੱਕ ਵਾਰੀ ਦੁਬਾਰਾ ਸੁਣੋ ਜੀ। ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੁੰਦਾ ਹੈ। आओ जी प्यारियो अपना अगला प्रश्न वेखिए। सवेर समय हवा
ਕਿਹੋ ਜਿਹੀ ਹੁੰਦੀ ਹੈ? ਇੱਕ ਵਾਰੀ ਦੁਬਾਰਾ ਸੁਣੋ ਜੀ। ਸਵੇਰ ਸਮੇਂ ਹਵਾ ਕਿਹੋ ਜਿਹੀ ਹੁੰਦੀ ਹੈ? ਆਓ ਜੀ ਇਸ ਪ੍ਰਸ਼ਨ ਦਾ ਉੱਤਰ ਵੀ ਆਪਾਂ ਆਪਣੀ ਕਵਿਤਾ ਵਿੱਚ ਲੱਭਦੇ ਹਾਂ। ठंडी ठंडी मां पई चले सिक्के रहना केड़ी गल्ले ठंडी ठंडी मां पई चले सिक्के रहना केड़ी गल्ले जागो हुण सौ लिया बथेरा जागो जागो हुआ सवेरा। ਹਾਂਜੀ ਤਾਂ ਦੱਸੋ ਜੀ ਸਵੇਰ ਸਮੇਂ ਹਵਾ ਕਿਹੋ ਜਿਹੀ ਹੁੰਦੀ ਹੈ? ਸਵੇਰ ਸਮੇਂ ਹਵਾ ਠੰਡੀ ਠੰਡੀ ਹੁੰਦੀ ਹੈ। ਬਿਲਕੁਲ ਸਹੀ ਜਵਾਬ। ਸਵੇਰ ਸਮੇਂ ਹਵਾ ਠੰਡੀ ਠੰਡੀ ਹੁੰਦੀ ਹੈ। ਆਓ ਜੀ ਮੇਰੇ ਪਿਆਰੇ ਬੱਚਿਓ ਆਪਾਂ ਅੱਜ ਦੇ ਕੰਮ ਦੀ ਦੁਹਰਾਈ ਕਰ ਲਈਏ। ਸੂਰਜ ਚੜ੍ਹਨ ਨਾਲ ਕੀ ਹੁੰਦਾ ਹੈ? ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੁੰਦਾ ਹੈ। ਸਵੇਰ ਸਮੇਂ ਹਵਾ ਕਿਹੋ ਜਿਹੀ ਹੁੰਦੀ ਹੈ? ਸਵੇਰ ਸਮੇਂ ਹਵਾ ਠੰਡੀ ਠੰਡੀ ਹੁੰਦੀ ਹੈ। ਹੁਣ ਵਾਰੀ ਆਈ ਘਰ ਦੇ ਕੰਮ ਦੀ। ਪਿਆਰੇ ਬੱਚਿਓ ਹੁਣ ਤੁਸੀਂ ਵੀ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਆਪਣੀ ਕਾਪੀ ਵਿੱਚ ਸੁੰਦਰ ਲਿਖਾਈ ਵਿੱਚ ਲਿਖਣ ਦਾ ਅਤੇ ਯਾਦ ਕਰਨ ਦਾ ਅਭਿਆਸ ਕਰਨਾ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਜਮਾਤ ਦੂਸਰੀ ਗਣਿਤ ਵਿਸ਼ੇ ਦਾ ਪੰਨਾ ਨੰਬਰ 75 ਦਿਮਾਗੀ ਕਸਰਤ ਨਾਲ ਜੋੜ ਕਰਨਾ ਸਿੱਖਾਂਗੇ। ਪਿਆਰੇ ਬੱਚਿਓ ਇਸ ਦੇ ਲਈ ਮੈਂ ਦੋ ਟੀਮਾਂ ਬਣਾਈਆਂ ਹਨ, ਟੀਮ A ਤੇ ਟੀਮ B। ਦੋਨੋਂ ਟੀਮਾਂ ਵਾਰੀ-ਵਾਰੀ ਇਹ ਡਾਈਸ ਸਿੱਟਣਗੀਆਂ। ਦੇਖੋ ਤਾਂ ਡਾਈਸ 'ਚ ਕਿਹੜੇ-ਕਿਹੜੇ ਅੰਕ ਹਨ 1 ਤੋਂ ਲੈ ਕੇ 6 ਤੱਕ। ਜਿਹੜਾ ਅੰਕ ਆਏਗਾ ਉਸ ਦਾ ਅਸੀਂ ਜੋੜ ਕਰਦੇ ਜਾਵਾਂਗੇ ਤੇ ਜੋੜ ਕਰਦੇ ਕਰਦੇ ਜਿਹੜੀ ਟੀਮ ਪਹਿਲਾਂ 50 ਤੱਕ ਪਹੁੰਚੇਗੀ ਉਹ ਜੇਤੂ ਟੀਮ ਹੋਵੇਗੀ। ਸ਼ੁਰੂ ਕਰਦੇ ਹਾਂ ਪਹਿਲੇ ਟੀਮ A ਤੋਂ। 6 ਟੀਮ A ਦੇ ਕਿੰਨੇ ਆਏ ਹਨ ਜੀ? 6 ਆਏ ਹਨ। ਹੁਣ ਹੈ ਟੀਮ B ਦੀ ਵਾਰੀ। 1 ਇਸ ਦਾ ਅਸੀਂ ਦੋਨਾਂ ਦਾ ਕੀ ਕਰਾਂਗੇ? ਜੋੜ ਕਰਾਂਗੇ। 6 ਤੇ 1 ਕਿੰਨੇ ਹੁੰਦੇ ਹਨ ਜੀ? 7। ਹੁਣ ਆਈ ਅੱਗੇ ਟੀਮ A ਦੀ ਵਾਰੀ। ਟੀਮ A ਡਾਈਸ 5। ਸ਼ਾਬਾਸ਼। ਇਸ ਵਿੱਚ ਅਸੀਂ 7 ਚ ਅਸੀਂ 5 ਜੋੜਾਂਗੇ। ਕਿੰਨੇ ਬਣ ਜਾਂਦੇ ਹਨ ਜੀ? 12। ਹੁਣ ਹੈ ਟੀਮ B ਦੀ ਵਾਰੀ। 3 ਟੀਮ B ਦੇ 3 ਆਏ ਹਨ। 12 ਚ ਅਸੀਂ 3 ਜੋੜਾਂਗੇ ਤਾਂ ਕਿੰਨੇ ਬਣ ਜਾਂਦੇ ਹਨ ਜੀ? 15। ਹੁਣ ਹੈ ਜੀ ਟੀਮ A ਦੀ ਵਾਰੀ। 4 ਟੀਮ A ਦੇ ਕਿੰਨੇ ਆਏ ਹਨ ਜੀ? 4 ਆਏ ਹਨ। ਇਸ ਨੂੰ ਅਸੀਂ ਜੋੜਾਂਗੇ। 15 ਤੇ 4 ਕਿੰਨੇ ਹੁੰਦੇ ਹਨ ਜੀ? 19 ਹੁੰਦੇ ਹਨ। ਇਸ 19 ਨੂੰ ਅੱਗੇ ਲਿਖਾਂਗੇ। ਹੁਣ ਹੈ ਜੀ ਟੀਮ B ਦੀ ਵਾਰੀ। 5 ਟੀਮ B ਦੇ ਕਿੰਨੇ ਆਏ ਹਨ ਜੀ? 5 ਆਏ ਹਨ। 19 ਵਿੱਚ ਅਸੀਂ 5 ਨੂੰ ਜੋੜ ਦੇਵਾਂਗੇ। 19 ਤੇ 5 ਕਿੰਨੇ ਹੁੰਦੇ ਹਨ ਜੀ? 24। ਹੁਣ ਹੈ ਜੀ ਟੀਮ A ਦੀ ਵਾਰੀ ਜੀ। 4 ਟੀਮ A ਦੇ 4 ਆਏ ਹਨ ਤਾਂ 24 ਚ ਅਸੀਂ 4 ਨੂੰ ਜੋੜ ਦੇਵਾਂਗੇ ਜੀ ਤਾਂ ਸਾਡੇ ਕੋਲ ਕਿਆ ਆ ਜਾਂਦਾ ਹੈ ਜੀ? 28 ਆ ਜਾਂਦਾ ਹੈ। ਹੁਣ ਹੈ ਜੀ ਟੀਮ B ਦੀ ਵਾਰੀ। 2 ਟੀਮ B ਦਾ 2 ਆਇਆ ਹੈ। 28 ਵਿੱਚ ਅਸੀਂ 2 ਜੋੜ ਦੇਵਾਂਗੇ। ਸਾਨੂੰ ਕਿੰਨਾ ਪ੍ਰਾਪਤ ਹੋ ਜਾਂਦਾ ਹੈ ਜੀ? 30 ਪ੍ਰਾਪਤ ਹੋ ਜਾਂਦਾ ਹੈ। ਹੁਣ ਹੈ ਜੀ ਟੀਮ A ਦੀ ਵਾਰੀ। ਟੀਮ A ਡਾਈਸ ਸਿੱਟੇਗੀ ਜੀ। 4 ਟੀਮ A ਦਾ ਕਿੰਨਾ ਆਇਆ ਹੈ ਜੀ? 4 ਆਇਆ ਹੈ। 4 ਜੋੜ ਦੇਵਾਂਗੇ ਜੀ। 30 ਤੇ 4 ਕਿੰਨੇ ਹੋ ਜਾਂਦੇ ਹੈ ਜੀ? 34 ਹੋ ਜਾਂਦੇ ਹੈ। ਹੁਣ ਅਸੀਂ ਇਹ 34 ਨੂੰ ਉੱਪਰ ਲਿਖਾਂਗੇ ਜੀ। ਹੁਣ ਹੈ ਜੀ ਟੀਮ B ਦੀ ਵਾਰੀ। 4 ਟੀਮ B ਦੇ ਕਿੰਨੇ ਆਏ ਹਨ ਜੀ? 4 ਆਏ ਹਨ। 34 ਵਿੱਚ ਅਸੀਂ 4 ਨੂੰ ਜੋੜ ਦਿੱਤਾ ਤਾਂ ਸਾਡੇ ਕੋਲ ਕਿੰਨੇ ਆ ਜਾਂਦੇ ਹਨ ਜੀ? 38। ਹੁਣ ਹੈ ਜੀ ਟੀਮ A ਦੀ ਵਾਰੀ। ਟੀਮ A ਡਾਈਸ ਸਿੱਟੇ ਜੀ। 5 ਟੀਮ A ਦਾ ਕਿੰਨਾ ਆਇਆ ਹੈ ਜੀ? 5 ਆਇਆ ਹੈ। 38 ਵਿੱਚ ਅਸੀਂ 5 ਜੋੜ ਦੇਵਾਂਗੇ ਜੀ ਤਾਂ ਸਾਨੂੰ ਕਿੰਨਾ ਪ੍ਰਾਪਤ ਹੋ ਜਾਂਦਾ ਹੈ ਜੀ? 43। ਹੁਣ ਹੈ ਜੀ ਟੀਮ B ਦੀ ਵਾਰੀ। ਹੁਣ ਅਸੀਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਣ ਵਾਲੇ ਹਾਂ। 6 ਆਇਆ ਹੈ। ਸ਼ਾਬਾਸ਼। 43 ਵਿੱਚ ਅਸੀਂ
6 ਜੋੜਾਂਗੇ ਕਿੰਨਾ ਬਣ ਜਾਂਦਾ ਹੈ ਜੀ 49। ਹੁਣ ਦੇਖਦੇ ਹਾਂ ਟੀਮ A ਜਿੱਤਦੀ ਹੈ ਕਿ ਟੀਮ B। ਟੀਮ A 2 ਟੀਮ A ਤਾਂ ਨਹੀਂ ਜਿੱਤੀ, ਹੁਣ ਹੈ ਟੀਮ B ਦੀ ਵਾਰੀ। 1 ਸ਼ਾਬਾਸ਼, ਟੀਮ B ਨੇ 1 ਪ੍ਰਾਪਤ ਕਰ ਲਿਆ ਹੈ ਜੀ। ਤਾਂ ਹੁਣ 49 ਵਿੱਚ ਅਸੀਂ 1 ਜੋੜਾਂਗੇ ਤਾਂ ਕਿੰਨਾ ਬਣ ਜਾਂਦਾ ਹੈ ਜੀ 50 ਬਣ ਜਾਂਦਾ ਹੈ ਜੀ। ਤਾਂ ਸਾਡੀ ਜਿਹੜੀ B ਟੀਮ ਹੈ ਜੀ ਉਹ ਕਿਆ ਹੈ ਜੀ ਜੇਤੂ ਟੀਮ ਹੈ ਸਾਡੀ। ਠੀਕ ਹੈ ਜੀ, ਇਹ ਖੇਡ ਤੁਸੀਂ ਆਪਣੇ ਛੋਟੇ ਭੈਣ ਭਰਾਵਾਂ ਨਾਲ ਵੀ ਘਰੇ ਖੇਡ ਸਕਦੇ ਹੋ ਜੀ। ਧੰਨਵਾਦ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੈਸ ਦਾ ਟੈਸਟ ਚੱਲ ਰਿਹਾ ਹੈ, ਤਾਂ ਉਸ ਵਿੱਚ ਤੁਹਾਡੇ ਤੋਂ ਐਦਾਂ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ, ਜਿਵੇਂ 49 ਵਿੱਚ ਕਿਹੜਾ ਅੰਕ ਜੋੜੀਏ ਕਿ 50 ਅੰਕ ਬਣ ਜਾਵੇ। ਊੜਾ 4, ਐੜਾ 5, ਈੜੀ 1 ਜਾਂ ਸੱਸਾ 2। ਇਸ ਦਾ ਉੱਤਰ ਹੈ ਜੀ ਈੜੀ 1। 49 'ਚ ਅਸੀਂ 1 ਜੋੜਾਂਗੇ ਤਾਂ 50 ਬਣ ਜਾਂਦਾ ਹੈ। ਧੰਨਵਾਦ ਜੀ। Hello, my dear students. Today we are going to do an interesting activity given at page number 58 in your textbook. Make as many words as you can using the following letters. You can repeat the letters. Let's start the activity. Dear students, here we have puppets having letters on them. Now we are going to make words using these letters. Dear students, till now we have read so many words with vowel sound A, E and I. Today we will make as many words as we can using these letters. So let's start. Students, let's read the letters first. P, N, S, B, T, A, I, H, E. We have P, N, A. First of all, I'm going to put P. Yes, then A. Next is N. Very good. Now it is pan. Students, here we have letter E. Children, you know, we can replace letter A with letter E. Like this. Yes. Read it. Very good. It's pen. Let's make next word. We can replace E with letter I. Yes, students. Think about it. Now it is pin. Pin. Dear kids, so we have made 3 words. Pan, pen, pin. Students, let's move further. I'm going to change these letters. Yes. T, A, P. Yes, what is this? It's tap. Tap. Let's change the letters. I'm shifting it here. Yes. Now read it. Students, think about it. Well done. It's hat. Yes, students. Now I'm replacing
A with I. Students, now it is hit. Moving ahead, let's have these three letters. S, I, P. Yes, students, what is this? Very good. It's sip. Yes, students, we can make so many words from these letters. Yes, N, I, B. Read it. What is this? Nib. Let's make one more letter. Here we have E. Yes, A and T. It is very good. Eat. Students, that's all for today. Let's read all the words we have made. Read with me. Nib, pin, hat, eat, tap, pen, hit, sip. It's time for your homework. Read these words on your own and write them in your notebook. Thank you. Keep learning. ਪਿਆਰੇ ਵਿਦਿਆਰਥੀਓ, ਅੱਜ ਆਪਾਂ ਪਾਠ 10 ਆਲੇ ਭੋਲੇ ਜੋ ਕਿ ਇੱਕ ਕਵਿਤਾ ਹੈ ਦੇ ਪਾਠ ਅਭਿਆਸ ਦੇ ਵਿੱਚੋਂ ਪ੍ਰਸ਼ਨ ਨੰਬਰ 5 ਸਮਝੋ ਤੇ ਲਿਖੋ ਕਰਾਂਗੇ। ਆਓ ਫਿਰ ਸ਼ੁਰੂ ਕਰੀਏ। ਪਹਿਲਾ ਸ਼ਬਦ ਹੈ ਗੋਰੀ। ਬੱਚਿਓ, ਇਸ ਦਾ ਉੱਤਰ ਸਾਨੂੰ ਪਹਿਲਾਂ ਤੋਂ ਹੀ ਦਿੱਤਾ ਗਿਆ ਹੈ। ਕੀ ਲਿਖਿਆ ਹੈ? ਗਾਂ। ਹਾਂਜੀ ਪਿਆਰੇ ਬੱਚਿਓ, ਆਪਾਂ ਕਵਿਤਾ ਪੜ੍ਹ ਚੁੱਕੇ ਹਾਂ। ਆਓ ਦੇਖੀਏ ਕਵਿਤਾ ਵਿੱਚ ਇਹ ਸ਼ਬਦ ਕਿੱਥੇ ਆਏ ਸੀ। ਜੰਗਲ ਬੇਲੇ ਨਦੀਆਂ ਨਾਲੇ ਜੀਵ ਜਿਵਾਲੇ ਰੰਗ ਬਿਰੰਗੇ ਚਿੱਟੇ ਕਾਲੇ ਆ ਜਾ ਤੂੰ ਵੀ ਗੋਰੀ ਗਾਂ ਸਭ ਲਈ ਇੱਥੇ ਖੁੱਲੀ ਥਾਂ ਆ ਜਾ ਤੂੰ ਵੀ ਗੋਰੀ ਗਾਂ ਸਭ ਲਈ ਇੱਥੇ ਖੁੱਲੀ ਥਾਂ। ਹਾਂਜੀ ਬੱਚਿਓ, ਕਵਿਤਾ ਦੇ ਵਿੱਚ ਗੋਰੀ ਤੋਂ ਬਾਅਦ ਗਾਂ ਸ਼ਬਦ ਆਇਆ ਹੈ। ਗੋਰੀ ਗਾਂ। ਹੁਣ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਕੀ ਕਰਨਾ ਹੈ। ਇੱਥੇ ਆਪਾਂ ਨੂੰ ਕੁਝ ਸ਼ਬਦ ਦਿੱਤੇ ਗਏ ਹਨ ਜੋ ਕਿ ਕਵਿਤਾ ਦੇ ਵਿੱਚੋਂ ਲਏ ਗਏ ਹਨ। ਤੁਸੀਂ ਦੱਸਣਾ ਹੈ ਕਿ ਇਹਨਾਂ ਸ਼ਬਦਾਂ ਦੇ ਇੱਕਦਮ ਬਾਅਦ ਕਿਹੜਾ ਸ਼ਬਦ ਕਵਿਤਾ ਦੇ ਵਿੱਚ ਆ ਰਿਹਾ ਹੈ। ਸਾਡੇ ਕੋਲ ਅਗਲਾ ਸ਼ਬਦ ਹੈ ਆਲੇ। ਪਿਆਰੇ ਬੱਚਿਓ, ਯਾਦ ਕਰੋ ਕਵਿਤਾ ਦੇ ਵਿੱਚ ਆਲੇ ਸ਼ਬਦ ਤੋਂ ਬਾਅਦ ਕਿਹੜਾ ਸ਼ਬਦ ਆਇਆ ਸੀ। ਆਲੇ ਭੋਲੇ ਕੁੱਕੂ ਕੋੜੇ ਕਾਲੜ ਤੋਤੇ ਚਿੜੀਆਂ ਕਾਂ ਨੀਲਾ ਅੰਬਰ ਸਭ ਦੇ ਨਾਂ ਸਭ ਦੇ ਨਾਂ। ਹਾਂਜੀ ਬੱਚਿਓ, ਕਵਿਤਾ ਦੇ ਵਿੱਚ ਆਲੇ ਤੋਂ ਬਾਅਦ ਭੋਲੇ ਸ਼ਬਦ ਆ ਰਿਹਾ ਹੈ, ਇਸ ਲਈ ਇਸ ਦਾ ਸਹੀ ਉੱਤਰ ਹੈ ਭੋਲੇ। ਸਾਡੀ ਕਵਿਤਾ ਦਾ ਨਾਮ ਵੀ ਹੈ ਆਲੇ ਭੋਲੇ। ਹਾਂਜੀ, ਸਾਡੇ ਕੋਲ ਅਗਲਾ ਸ਼ਬਦ ਹੈ ਨੀਲਾ। ਨੀਲਾ ਇੱਕ ਰੰਗ ਦਾ ਨਾਮ ਹੈ। ਆਓ ਦੇਖੀਏ ਕਵਿਤਾ ਵਿੱਚ ਨੀਲਾ ਸ਼ਬਦ ਤੋਂ ਬਾਅਦ ਕੀ ਆਵੇਗਾ। ਆਲੇ ਭੋਲੇ ਕੁੱਕੂ ਕੋੜੇ ਕਾਲੜ ਤੋਤੇ ਚਿੜੀਆਂ ਕਾਂ ਨੀਲਾ ਅੰਬਰ ਸਭ ਦੇ ਨਾਂ ਸਭ ਦੇ ਨਾਂ ਨੀਲਾ ਅੰਬਰ ਸਭ ਦੇ ਨਾਂ। ਹਾਂਜੀ ਬੱਚਿਓ, ਕਵਿਤਾ ਵਿੱਚ ਨੀਲਾ ਤੋਂ ਬਾਅਦ ਅੰਬਰ ਸ਼ਬਦ ਆਇਆ ਹੈ, ਇਸ ਲਈ ਸਹੀ ਉੱਤਰ ਹੈ ਅੰਬਰ। ਨੀਲਾ ਅੰਬਰ। ਹਾਂਜੀ ਪਿਆਰੇ ਬੱਚਿਓ, ਅਗਲਾ ਸ਼ਬਦ ਹੈ ਠੰਡੀ। ਬੱਚਿਓ ਸੋਚੋ ਸੋਚੋ ਕਵਿਤਾ ਵਿੱਚ ਠੰਡੀ ਸ਼ਬਦ ਦੇ ਨਾਲ ਕਿਹੜਾ ਸ਼ਬਦ ਆਇਆ ਸੀ। ਆਓ ਦੇਖਦੇ ਹਾਂ। ਆਪਣੀ ਸਾਰੀ ਠੰਡੀ ਛਾਂ ਸਾਰਾ ਮੁਲਕ ਹੈ ਇੱਕ ਗਰਾਂ ਆਪਣੀ ਸਾਰੀ ਠੰਡੀ ਛਾਂ ਸਾਰਾ ਮੁਲਕ ਹੈ ਇੱਕ ਗਰਾਂ। ਹਾਂਜੀ ਬੱਚਿਓ, ਕਵਿਤਾ ਦੇ ਵਿੱਚ ਠੰਡੀ ਤੋਂ ਬਾਅਦ ਛਾਂ ਸ਼ਬਦ ਆਇਆ ਹੈ। ਠੰਡੀ ਛਾਂ। ਹਾਂਜੀ ਬੱਚਿਓ, ਸਾਡੇ ਕੋਲ ਅਗਲਾ ਸ਼ਬਦ ਹੈ ਜੰਗਲ। ਆਓ ਦੇਖੀਏ ਕਵਿਤਾ ਦੀ ਸਤਰਾਂ ਵਿੱਚ ਜੰਗਲ ਸ਼ਬਦ ਤੋਂ ਬਾਅਦ ਕਿਹੜਾ ਸ਼ਬਦ ਆਇਆ ਹੈ। ਜੰਗਲ ਬੇਲੇ ਨਦੀਆਂ ਨਾਲੇ ਜੀਵ ਜਿਵਾਲੇ ਰੰਗ ਬਿਰੰਗੇ। ਕਵਿਤਾ ਵਿੱਚ ਜੰਗਲ ਤੋਂ ਬਾਅਦ ਬੇਲੇ ਸ਼ਬਦ ਆ ਰਿਹਾ ਹੈ। ਜੰਗਲ ਬੇਲੇ। ਆਓ ਆਪਾਂ ਇੱਕ ਵਾਰ ਫੇਰ ਇਹਨਾਂ ਸਾਰੇ ਸ਼ਬਦਾਂ ਦੀ ਦੁਹਰਾਈ ਕਰੀਏ। ਗੋਰੀ ਗਾਂ, ਆਲੇ
ਭੋਲੇ, ਨੀਲਾ ਅੰਬਰ, ਠੰਡੀ ਛਾਂ, ਜੰਗਲ, ਬੇਲੇ। ਪਿਆਰੇ ਬੱਚਿਓ, ਹੁਣ ਤੁਸੀਂ ਵੀ ਇਸ ਕੰਮ ਨੂੰ ਆਪਣੀਆਂ ਕਾਪੀਆਂ ਤੇ ਲਿਖਣਾ ਹੈ ਅਤੇ ਆਪਣੇ ਅਧਿਆਪਕ ਤੋਂ ਚੈੱਕ ਵੀ ਕਰਵਾਉਣਾ ਹੈ। ਧੰਨਵਾਦ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਟਾ? ਅੱਜ ਬੇਟਾ ਆਪਾਂ ਆਪਣੀ ਗਣਿਤ ਦੀ ਕਿਤਾਬ ਦੇ ਪੰਨਾ ਨੰਬਰ 85 ਤੋਂ ਇਹ ਸਵਾਲ ਜਿਹੜੇ ਆ ਉਹ ਹੱਲ ਕਰਾਂਗੇ। ਹਾਂਜੀ ਬੇਟਾ, ਰਮਨ ਕੋਲ ਨੇ 2 ਬਦਾਮ ਤੇ ਇਸੇ ਤਰ੍ਹਾਂ ਅਮਨ ਕੋਲ ਵੀ ਕਿੰਨੇ ਨੇ? 2 ਬਦਾਮ। ਹੁਣ ਇਹਨਾਂ ਦੇ ਕੋਲ ਕਿੰਨੇ ਬਦਾਮ ਨੇ? 2 ਤੇ 2 ਕਿੰਨੇ ਨੇ? 4। ਫਿਰ ਇਹਨੂੰ ਆਪਾਂ 2 ਜਮਾ 2 ਬਰਾਬਰ ਹੈ 4 ਬਦਾਮ। ਹੁਣ ਇਹਨੂੰ ਆਪਾਂ ਦੂਸਰੇ ਤਰੀਕੇ ਨਾਲ ਲਿਖੀਏ, ਗੁਣਾ ਕਰਕੇ ਵੀ 2 ਗੁਣਾ 2 ਤਾਂ ਵੀ ਕਿੰਨਾ ਆਉਂਦਾ ਹੈ? ਬਰਾਬਰ 4। ਫਿਰ ਇਹ ਕੀ ਹੈ ਬੇਟਾ? 2 ਨੂੰ 2 ਵਾਰੀ ਲਿਖਿਆ ਤਾਂ ਵੀ ਕਿੰਨਾ ਆਇਆ? 4। ਤੇ 2 ਜਮਾ 2 ਕੀਤਾ ਤਾਂ ਵੀ ਕਿੰਨਾ ਆਇਆ? 4। ਫਿਰ ਇਹ ਕੀ ਹੈ ਬੇਟਾ? 2 ਦਾ ਦੁੱਗਣਾ। ਬੇਟਾ ਰਮਨ ਕੋਲ ਕਿੰਨੇ ਨੇ? 3 ਬਦਾਮ। ਇਸੇ ਤਰ੍ਹਾਂ ਅਮਨ ਕੋਲ ਵੀ ਕਿੰਨੇ ਨੇ? 3 ਬਦਾਮ। 3 ਤੇ 3 ਕਿੰਨੇ ਬਦਾਮ ਹੋ ਗਏ? 6 ਬਦਾਮ। ਹੁਣ ਇਹਨਾਂ ਨੂੰ ਆਪਾਂ ਜੇ ਜੋੜਦੇ ਆ ਤਾਂ 3 ਜਮਾ 3 ਬਰਾਬਰ ਹੈ 6 ਬਦਾਮ। ਹੁਣ 3 ਕਿੰਨੀ ਵਾਰੀ ਆਇਆ ਬੇਟਾ? 2 ਵਾਰੀ। ਫਿਰ 2 ਵਾਰੀ 3 ਭਾਵ 2 ਗੁਣਾ 3 ਬਰਾਬਰ ਹੈ 6। ਫਿਰ ਇਹ ਕੀ ਹੋਇਆ ਬੇਟਾ? 3 ਦਾ ਦੁੱਗਣਾ ਕਿੰਨਾ ਹੈ? 6। ਹੁਣ ਬੇਟਾ ਰਮਨ ਕੋਲ ਨੇ 4 ਬਦਾਮ। ਇਸੇ ਤਰ੍ਹਾਂ ਅਮਨ ਕੋਲ ਵੀ ਕਿੰਨੇ ਨੇ? 4 ਬਦਾਮ। ਹੁਣ 4 ਤੇ 4 ਕਿੰਨੇ ਹੋ ਗਏ? 8 ਬਦਾਮ। ਹੁਣ 4 ਜਮਾ 4 ਬਰਾਬਰ ਹੈ 8 ਬਦਾਮ। ਹੁਣ 4 ਕਿੰਨੀ ਵਾਰੀ ਆਇਆ? 2 ਵਾਰੀ। ਫਿਰ 2 ਗੁਣਾ 4 ਬਰਾਬਰ ਕਿੰਨਾ ਹੈ? 8। 2 ਵਾਰੀ 4 ਭਾਵ 4 ਦਾ ਦੁੱਗਣਾ 8। ਹੁਣ ਬੇਟਾ ਕੁਝ ਅੰਕਾਂ ਦਾ ਆਪਾਂ ਦੁੱਗਣਾ ਭਾਵ 2 ਗੁਣਾ ਦੇਖਦੇ ਹਾਂ। ਸਭ ਤੋਂ ਪਹਿਲਾਂ 2 ਦਾ ਦੁੱਗਣਾ। 2 ਦਾ ਦੁੱਗਣਾ ਭਾਵ 2 ਗੁਣਾ 2 ਬਰਾਬਰ ਹੈ 4। ਇਸੇ ਤਰ੍ਹਾਂ 3 ਦਾ ਦੁੱਗਣਾ 2 ਗੁਣਾ 3 ਬਰਾਬਰ ਹੈ 6। ਉਸ ਤੋਂ ਅੱਗੇ 4 ਦਾ ਦੁੱਗਣਾ 2 ਗੁਣਾ 4 ਬਰਾਬਰ ਹੈ 8। ਉਸ ਤੋਂ ਅੱਗੇ 5 ਦਾ ਦੁੱਗਣਾ 2 ਗੁਣਾ 5 ਬਰਾਬਰ ਹੈ 10। ਉਸ ਤੋਂ ਅੱਗੇ ਆ ਗਿਆ 6 ਦਾ ਦੁੱਗਣਾ 2 ਗੁਣਾ 6 ਬਰਾਬਰ ਹੈ 12। ਇਸ ਤਰ੍ਹਾਂ ਬੇਟਾ ਤੁਸੀਂ 7 ਦਾ ਦੁੱਗਣਾ 8 ਦਾ ਦੁੱਗਣਾ ਇਸੇ ਹੀ ਤਰੀਕੇ ਨਾਲ ਆਪਾਂ ਕਰ ਸਕਦੇ ਹੋ। ਹੁਣ ਅੱਜ ਕੱਲ੍ਹ ਬੇਟਾ ਆਪਾਂ ਪੰਜਾਬ ਅਚੀਵਮੈਂਟ ਸਰਵੇ ਜਿਹੜਾ ਆ ਉਹਦੇ ਪ੍ਰਸ਼ਨ ਹੱਲ ਕਰ ਰਹੇ ਆ। ਉਹਦੇ ਸੰਬੰਧ ਵਿੱਚ ਹੀ ਆਪਾਂ ਜੋ ਅੱਜ ਪੜਿਆ ਆ ਉਹਦਾ ਪ੍ਰਸ਼ਨ ਆਪਾਂ ਇੱਕ ਕਰਾਂਗੇ। ਕਿਹੜੀ ਸੰਖਿਆ ਦਾ ਦੁੱਗਣਾ 18 ਹੈ? 4 ਉੱਤਰ ਨੇ ਬੇਟਾ, ਇਹਨਾਂ ਚੋਂ ਦੇਖੀਏ ਕਿਹੜਾ ਸਹੀ ਹੈ। ਊੜਾ 7, ਐੜਾ 4, ਈੜੀ 9, ਸੱਸਾ 6। ਹੁਣ ਇਧਰ ਕੀ ਆ ਬੇਟਾ? 2 ਗੁਣਾ 7 ਕਿੰਨੇ ਹੁੰਦੇ ਨੇ? 14। 2 ਚੌਕੇ 8 ਤੇ 2 9 18। ਫਿਰ ਬੇਟਾ ਆਪਣਾ ਸਹੀ ਉੱਤਰ ਕੀ ਆ? 18 ਆ ਰਿਹਾ ਹੈ। ਫਿਰ ਸਹੀ ਉੱਤਰ ਕੀ ਹੋਵੇਗਾ? ਈੜੀ 9। ਉਮੀਦ ਹੈ ਬੇਟਾ ਤੁਹਾਨੂੰ ਦੁੱਗਣਾ ਜਾਂ 2 ਗੁਣਾ ਦਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅੱਜ ਹੁਣ ਤੁਸੀਂ ਘਰ ਦੇ ਕੰਮ ਵਿੱਚ 2 ਦਾ ਦੁੱਗਣਾ 3 ਦਾ ਦੁੱਗਣਾ ਇਸੇ ਤਰ੍ਹਾਂ ਬਾਕੀ ਅੰਕਾਂ ਦਾ ਦੁੱਗਣਾ ਜਿਹੜਾ ਆ ਉਹ ਕਾਪੀ ਤੇ ਕਰਨਾ ਹੈ। ਇਹ ਅੱਜ ਦੇ ਲਈ ਇੰਨਾ ਹੀ। ਧੰਨਵਾਦ। Hello dear kids. Let's read the text further. Time is precious. Precious. How to pronounce it? Shus. Now it is precious. Likewise, delicious. Delicious. Time is precious. So, we shouldn't waste our time in gossips. We have to do
something worthy and love what we are doing. Let's take an example how time is precious. We have already read Anmol didn't bother about time. So he daily missed his school bus and reached late in the school. So dear students, we must value time. Time is precious. Next sentence. It is. Here it is used for time. Time is even more valuable. V-A-L-U-E, value. A-B-L-E, able. We will skip E from here and add able. Now it is valuable. Time is even more valuable than money. Yes. Who is more valuable? Time or money? Of course, time. Because it cannot be recalled back. Can Anmol become a baby again? Can you become a baby again? No, time cannot be recalled back. It cannot be recall. Now it is recalled back. It cannot be recalled back. It goes on and on. So we should respect time. So we should. Here L is silent. Should. R-E-S, respect time. Let's recall these 4 sentences. Time is precious. It is even more valuable than money. It cannot be recalled back. So we should respect time. Are you ready for Punjab Achievement Survey? Yes? Ready for pass? Let's do more practice. We should respect time because time is precious. Yes, we should respect time because time is more valuable than money. This is also correct. We should respect time because time cannot be recalled back. This is also correct. Option D, all of the above. Yes. So we will put it here. Bye-bye. See you soon. तीसरी जमात के प्यारे बच्चों, विषय वातावरण सिक्ख्या पाठ 10वां परिवार ਅਤੇ जानवर। प्यारे बच्चों, ਹੁਣ तक ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਚੁੱਕੇ ਹੋ। ਆਓ ਪਿਆਰੇ ਬੱਚਿਓ, ਅੱਜ ਆਪਾਂ ਇਸ ਪਾਠ ਦੀਆਂ ਯਾਦ ਰੱਖਣਯੋਗ ਗੱਲਾਂ ਨੂੰ ਇੱਕ ਰੌਚਕ ਵਿਧੀ ਦੇ ਨਾਲ ਪੜ੍ਹਦੇ ਹਾਂ। ਪਹਿਲੀ ਯਾਦ ਰੱਖਣਯੋਗ ਗੱਲ, ਸਾਡੇ ਪਰਿਵਾਰ ਦੇ ਮੈਂਬਰ ਵੰਨ-ਸਵੰਨਾ ਤੇ ਵੱਖ-ਵੱਖ ਮਾਤਰਾ ਵਿੱਚ ਭੋਜਨ ਖਾਂਦੇ ਹਨ। ਪਿਆਰੇ ਬੱਚਿਓ, ਇਸ ਪਾਠ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਨੂਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਵੱਖ-ਵੱਖ ਤਰ੍ਹਾਂ ਦਾ ਭੋਜਨ ਪਸੰਦ ਹੈ। ਨੂਰਾਂ ਦੇ ਦਾਦਾ-ਦਾਦੀ ਜੀ ਜੋ ਕਿ ਬਜ਼ੁਰਗ ਹੋਣ ਕਰਕੇ ਦਲੀਆ, ਖਿਚੜੀ, ਫਲ ਤੇ ਸਬਜ਼ੀਆਂ ਆਦਿ ਹਲਕਾ-ਫੁਲਕਾ ਭੋਜਨ ਖਾਂਦੇ ਹਨ। ਨੂਰਾਂ ਦੇ ਮਾਤਾ-ਪਿਤਾ ਜੀ ਜੋ ਸਖਤ ਮਿਹਨਤ ਕਰਦੇ ਹਨ, ਇਸ ਲਈ ਉਹਨਾਂ ਦੇ ਭੋਜਨ ਵਿੱਚ ਦੁੱਧ, ਦਹੀਂ, ਅਨਾਜ, ਮਾਸ, ਫਲ, ਸਬਜ਼ੀਆਂ ਤੇ ਸੁੱਕੇ ਮੇਵੇ ਆਦਿ ਸ਼ਾਮਿਲ ਹਨ। ਦੂਸਰੀ ਯਾਦ ਰੱਖਣਯੋਗ ਗੱਲ, ਛੋਟੇ ਬੱਚਿਆਂ ਲਈ ਦੁੱਧ ਇੱਕ ਸੰਪੂਰਨ ਖੁਰਾਕ ਹੈ। ਪਿਆਰੇ ਬੱਚਿਓ, ਇਹ ਹੈ ਨੂਰਾਂ ਦਾ ਛੋਟਾ ਭਰਾ ਜਿਸ ਦੀ ਉਮਰ ਹੈ 6 ਮਹੀਨੇ। ਇਸ ਦੇ ਲਈ ਮਾਂ ਦਾ ਦੁੱਧ ਇੱਕ ਸੰਪੂਰਨ ਖੁਰਾਕ ਹੈ, ਪਰ ਇਸ ਬੱਚੇ ਲਈ ਮਾਂ ਦੇ ਦੁੱਧ ਤੋਂ ਇਲਾਵਾ ਅੰਡਾ, ਦੁੱਧ, ਖਿਚੜੀ ਤੇ ਸਬਜ਼ੀਆਂ ਦਾ ਪਾਣੀ ਵੀ ਵਰਤਿਆ ਜਾ ਸਕਦਾ ਹੈ। ਤੀਸਰੀ ਯਾਦ ਰੱਖਣਯੋਗ ਗੱਲ, ਫਾਸਟ ਫੂਡ ਖਾਣ ਨਾਲ ਮੋਟਾਪਾ ਆ ਜਾਂਦਾ ਹੈ। ਪਿਆਰੇ ਬੱਚੇ, ਇਸ ਪਾਠ ਵਿੱਚ ਅਸੀਂ ਪੜ੍ਹਦੇ ਹਾਂ ਨੂਰਾਂ ਨੂੰ ਪੀਜ਼ਾ, 버ਗਰ ਤੇ ਹੋਰ ਬਾਜ਼ਾਰੂ ਖਾਦ ਪਦਾਰਥ ਖਾਣੇ ਬਹੁਤ ਪਸੰਦ ਹਨ, ਜਿਸ ਕਰਕੇ ਨੂਰਾਂ ਬਹੁਤ ਵਾਰ ਬਿਮਾਰ ਵੀ ਹੋ ਗਈ ਸੀ ਤੇ ਮੋਟੀ ਵੀ ਹੋ ਗਈ ਸੀ।
ਚੌਥੀ ਯਾਦ ਰੱਖਣ ਯੋਗ ਗੱਲ, ਘਰ ਵਿੱਚ ਰੱਖੇ ਜਾਣ ਵਾਲੇ ਜਾਨਵਰਾਂ ਨੂੰ ਪਾਲਤੂ ਜਾਨਵਰ ਕਹਿੰਦੇ ਹਨ, ਜਿਵੇਂ ਬੱਕਰੀ, ਗਾਂ, ਕੁੱਤਾ ਤੇ ਘੋੜਾ। ਇਹ ਸਾਰੇ ਪਾਲਤੂ ਜਾਨਵਰ ਹਨ। ਪੰਜਵੀਂ ਯਾਦ ਰੱਖਣ ਯੋਗ ਗੱਲ, ਜੰਗਲੀ ਜਾਨਵਰਾਂ ਨੂੰ ਘਰਾਂ ਵਿੱਚ ਨਹੀਂ ਰੱਖਿਆ ਜਾ ਸਕਦਾ। ਪਿਆਰੇ ਬੱਚਿਓ, ਇਹ ਦੇਖੋ ਕੁਝ ਜੰਗਲੀ ਜਾਨਵਰ ਜਿਵੇਂ ਸ਼ੇਰ, ਹਿਰਨ, ਹਾਥੀ ਤੇ ਬਾਘ। ਬੱਚਿਓ, ਹੁਣ ਆਪਾਂ ਇਸ ਪਾਠ ਤੇ ਠੀਕ ਗਲਤ ਕਰਾਂਗੇ। ਊੜਾ ਨੰਬਰ, ਜਾਨਵਰਾਂ ਨੂੰ ਭੋਜਨ ਤੇ ਪਾਣੀ ਦੇਣਾ ਚਾਹੀਦਾ ਹੈ, ਠੀਕ। ਐੜਾ ਨੰਬਰ, ਸ਼ੇਰ ਇੱਕ ਪਾਲਤੂ ਜਾਨਵਰ ਹੈ, ਗਲਤ, ਕਿਉਂਕਿ ਸ਼ੇਰ ਇੱਕ ਜੰਗਲੀ ਜਾਨਵਰ ਹੈ। ਈੜੀ ਨੰਬਰ, ਕੁੱਤਾ ਇੱਕ ਵਫਾਦਾਰ ਜਾਨਵਰ ਹੈ, ਠੀਕ। ਸੱਸਾ ਨੰਬਰ, ਊਠ ਤੇ ਬਲਦ ਖੇਤੀ ਦੇ ਕੰਮ ਵਿੱਚ ਕਿਸਾਨ ਦੀ ਮਦਦ ਕਰਦੇ ਹਨ, ਠੀਕ। ਹਾਹਾ ਨੰਬਰ, ਮੁਰਗੀਆਂ ਤੋਂ ਸਾਨੂੰ ਉੱਨ ਮਿਲਦੀ ਹੈ, ਗਲਤ, ਕਿਉਂਕਿ ਮੁਰਗੀਆਂ ਤੋਂ ਸਾਨੂੰ ਅੰਡਾ ਤੇ ਮਾਂਸ ਪ੍ਰਾਪਤ ਹੁੰਦਾ ਹੈ। ਬੱਚਿਓ, ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ, ਤਾਂ ਇਸ ਪਾਠ ਦੀਆਂ ਯਾਦ ਰੱਖਣ ਯੋਗ ਗੱਲਾਂ ਤੇ ਠੀਕ ਗਲਤ ਦਾ ਅਭਿਆਸ ਹੀ ਤੁਹਾਡਾ ਘਰ ਦਾ ਕੰਮ ਹੈ। ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਸਵਾਗਤ ਜ਼ਿੰਦਗੀ ਦੇ ਵਿੱਚ। ਜਮਾਤ ਤੀਜੀ, ਅੱਜ ਅਸੀਂ ਕਰਾਂਗੇ ਪਾਠ ਨੰਬਰ 4 ਦੇ ਵਿੱਚੋਂ ਪੇਜ ਨੰਬਰ 29 ਅਤੇ 32 ਦੇ ਉੱਤੇ ਦਿੱਤੇ ਹੋਏ ਮੌਖਿਕ ਪ੍ਰਸ਼ਨ। ਤਾਂ ਚਲੋ ਸ਼ੁਰੂ ਕਰਦੇ ਹਾਂ। ਜਿਸ ਜਗ੍ਹਾ ਅਸੀਂ ਪੈਦਾ ਹੁੰਦੇ ਹਾਂ ਉਸ ਨੂੰ ਕੀ ਕਹਿੰਦੇ ਹਨ? ਅਸੀਂ ਜਿੱਥੇ ਜੰਮੇ ਪਲੇ ਅਤੇ ਖੇਡੇ ਹੁੰਦੇ ਹਾਂ ਉਸ ਨੂੰ ਮਾਤ ਭੂਮੀ ਕਿਹਾ ਜਾਂਦਾ ਹੈ। ਬਿਲਕੁਲ ਸਹੀ ਉੱਤਰ। ਕੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਦਰਿਆ ਵਿੱਚ ਗੰਦਗੀ ਸੁੱਟਣ ਤੋਂ ਰੋਕੋਗੇ? ਹਾਂਜੀ, ਅਸੀਂ ਆਪਣੇ ਮਾਤਾ ਪਿਤਾ ਨੂੰ ਦਰਿਆ ਵਿੱਚ ਗੰਦਗੀ ਸੁੱਟਣ ਤੋਂ ਰੋਕਾਂਗੇ। ਸ਼ਾਬਾਸ਼, ਬਹੁਤ ਵਧੀਆ ਉੱਤਰ। ਸਾਨੂੰ ਸਾਡੇ ਆਲੇ ਦੁਆਲੇ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ। ਕੀ ਤੁਸੀਂ ਸੱਚਮੁੱਚ ਦੇ ਪਹਾੜ ਦੇਖੇ ਨੇ ਕਿ ਟੈਲੀਵਿਜ਼ਨ ਉੱਤੇ ਦੇਖੇ ਨੇ? ਹਾਂਜੀ, ਇੱਕ ਵਾਰ ਅਸੀਂ ਪਹਾੜੀ ਇਲਾਕੇ ਦੀ ਸੈਰ ਕਰਨ ਗਏ ਸੀ। ਬਹੁਤ ਵਧੀਆ। ਪਹਾੜੀ ਇਲਾਕੇ ਦੀ ਸੈਰ ਕਰਨ ਦਾ ਵੀ ਆਪਣਾ ਹੀ ਇੱਕ ਆਨੰਦ ਹੈ। ਆਪਣੀ ਭੋਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਮਨੁੱਖ ਵੱਖੋ-ਵੱਖ ਫਸਲਾਂ ਉਗਾਉਂਦਾ ਹੈ। ਤਾਂ ਦੱਸੋ ਫਿਰ, ਤੁਸੀਂ ਕਿਹੜੀ-ਕਿਹੜੀ ਫਸਲ ਦਾ ਖੇਤ ਦੇਖਿਆ ਹੈ? ਅਸੀਂ ਨਰਮਾ, ਕਪਾਹ, ਕਣਕ, ਝੋਨਾ ਅਤੇ ਕਮਾਦ ਦੀ ਫਸਲ ਦਾ ਖੇਤ ਦੇਖਿਆ ਹੈ। ਪਿਆਰੇ ਵਿਦਿਆਰਥੀਓ, ਕੀ ਤੁਸੀਂ ਮਾਤ ਭੂਮੀ ਜਾਂ ਪੰਜਾਬ ਨਾਲ ਪਿਆਰ ਵਾਲਾ ਗੀਤ ਸੁਣਿਆ ਹੈ? ਹਾਂਜੀ, ਅਸੀਂ ਟੀਵੀ ਅਤੇ ਮੋਬਾਈਲ ਉੱਤੇ ਇਸ ਤਰ੍ਹਾਂ ਦੇ ਗੀਤ ਸੁਣੇ ਹਨ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਕਰਾਂਗੇ ਪੇਜ ਨੰਬਰ 32 ਦੇ ਉੱਤੇ ਦਿੱਤੇ ਹੋਏ ਕੁਝ ਮੌਖਿਕ ਪ੍ਰਸ਼ਨ। ਪ੍ਰਸ਼ਨ ਨੰਬਰ 3, ਖਾਲੀ ਥਾਵਾਂ ਭਰੋ। ਆਪਣੇ ਸੁੱਖ ਦੀ ਫਿਕਰ ਕਦੇ ਉਹ ਨਹੀਂ ਕਰਦੇ। ਲੋਕਾਂ ਲਈ ਨੇ ਜਿਉਂਦੇ, ਲੋਕਾਂ ਲਈ ਨੇ ਮਰਦੇ। ਪ੍ਰਸ਼ਨ ਨੰਬਰ 4, ਮਿਲਾਨ ਕਰੋ। ਸੰਵਿਧਾਨ ਦਾ ਸੰਬੰਧ ਕਿਸ ਨਾਲ ਹੈ? ਵੈਰੀ ਗੁੱਡ, ਡਾਕਟਰ B.R. ਅੰਬੇਡਕਰ। ਸੇਵਾ ਦਾ ਸੰਬੰਧ ਕਿਸ ਨਾਲ ਹੈ? ਮਦਰ ਟੈਰੇਸਾ। ਫਾਂਸੀ ਦਾ ਸੰਬੰਧ ਕਿਸ ਨਾਲ ਹੈ? ਸ਼ਹੀਦ ਭਗਤ ਸਿੰਘ। ਸ਼ਹੀਦ ਭਗਤ ਸਿੰਘ ਆਜ਼ਾਦੀ ਦੀ ਲੜਾਈ ਲੜਦੇ ਲੜਦੇ ਫਾਂਸੀ ਉੱਤੇ ਵੀ ਚੜ੍ਹ ਗਏ ਸਨ। ਵਿਗਿਆਨ ਦਾ ਸੰਬੰਧ ਕਿਸ ਨਾਲ ਹੈ? ਡਾਕਟਰ APJ ਅਬਦੁਲ ਕਲਾਮ। ਇਹਨਾਂ ਨੂੰ ਮਿਜ਼ਾਈਲ ਮੈਨ ਵੀ ਕਿਹਾ ਜਾਂਦਾ ਹੈ। ਹਾਂਜੀ ਬੱਚਿਓ, ਜਮਾਤ ਚੌਥੀ ਦੇ ਪੰਜਾਬੀ ਵਿਸ਼ੇ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਅਵਾਰਾ ਜੀ ਦੀ ਲਿਖੀ ਹੋਈ ਕਵਿਤਾ ਮੇਰੇ ਨਿਸ਼ਾਨੇ ਤੁਸੀਂ ਪੜ੍ਹ ਲਈ ਹੈ। ਅੱਜ ਆਪਾਂ ਇਸ ਕਵਿਤਾ ਦੇ ਵਿੱਚ ਆਏ ਹੋਏ ਵੱਖ-ਵੱਖ ਸ਼ਬਦਾਂ ਦੇ ਵਾਕ ਬਣਾਉਣੇ ਸਿੱਖਾਂਗੇ। ਤੁਸੀਂ ਵੀ ਬੱਚਿਓ ਮੇਰੇ ਨਾਲ-ਨਾਲ ਵਾਕ ਬਣਾਉਣੇ ਹਨ, ਤਾਂ ਫਿਰ ਚੁੱਕ ਲਓ ਆਪਣੇ ਕਾਪੀ ਪੈਨ ਤੇ ਹੋ ਜਾਓ ਤਿਆਰ ਮੇਰੇ ਨਾਲ-ਨਾਲ ਵਾਕ ਬਣਾਉਣ ਲਈ। ਮੈਂ ਭਾਰਤ ਦੀ ਸ਼ਾਨ ਬਣਾਂਗਾ, ਭਾਵੇਂ ਅੱਜ ਹਾਂ ਛੋਟਾ ਬੱਚਾ, ਪਰ ਮੈਂ ਕਦੇ ਮਹਾਨ ਬਣਾਂਗਾ। ਮੈਂ ਭਾਰਤ ਦੀ ਸ਼ਾਨ ਬਣਾਂਗਾ। ਹਾਂਜੀ ਬੱਚੋ, ਇਹਨਾਂ ਕਾਵਿ ਸਤਰਾਂ ਵਿੱਚੋਂ ਆਪਾਂ ਸ਼ਾਨ ਸ਼ਬਦ ਦਾ ਵਾਕ ਬਣਾਵਾਂਗੇ। ਸ਼ਾਨ ਦਾ ਅਰਥ ਹੁੰਦਾ ਹੈ ਗੌਰਵ। ਹਾਂਜੀ ਬੱਚੋ, ਦੱਸੋ ਆਪਾਂ ਸ਼ਾਨ ਦਾ ਕੀ ਵਾਕ ਬਣਾਵਾਂਗੇ? ਹਾਂਜੀ ਦੱਸੋ।
ਅੱਛਾ, ਇਸ ਤਸਵੀਰ ਨੂੰ ਦੇਖ ਕੇ ਆਪਾਂ ਸ਼ਾਨ ਸ਼ਬਦ ਦਾ ਵਾਕ ਬਣਾਉਂਦੇ ਹਾਂ। ਤਿਰੰਗੇ ਦੀ ਸ਼ਾਨ ਸਭ ਤੋਂ ਨਿਰਾਲੀ ਹੈ। ਇਸ ਦਾ ਦੂਜਾ ਵਾਕ ਆਪਾਂ ਇਸ ਤਸਵੀਰ ਨੂੰ ਦੇਖ ਕੇ ਬਣਾਉਂਦੇ ਹਾਂ। ਪੜ੍ਹ ਲਿਖ ਕੇ ਬੱਚੇ ਮਾਤਾ ਪਿਤਾ ਦੀ ਸ਼ਾਨ ਵਧਾਉਂਦੇ ਹਨ। ਇਨ੍ਹਾਂ ਹੀ ਕਾਵਿ ਸਤਰਾਂ ਵਿੱਚੋਂ ਆਪਾਂ ਇਹ ਦੂਜਾ ਵਾਕ ਬਣਾਉਂਦੇ ਹਾਂ। ਮੈਂ ਭਾਰਤ ਦੀ ਸ਼ਾਨ ਬਣਾਂਗਾ, ਭਾਵੇਂ ਅੱਜ ਹਾਂ ਛੋਟਾ ਬੱਚਾ, ਪਰ ਮੈਂ ਕਦੇ ਮਹਾਨ ਬਣਾਂਗਾ। ਮੈਂ ਭਾਰਤ ਦੀ ਸ਼ਾਨ ਬਣਾਂਗਾ। ਹਾਂਜੀ ਬੱਚਿਓ, ਇਹਨਾਂ ਕਾਵਿ ਸਤਰਾਂ ਵਿੱਚੋਂ ਆਪਾਂ ਮਹਾਨ ਸ਼ਬਦ ਦਾ ਵਾਕ ਬਣਾਵਾਂਗੇ। ਮਹਾਨ ਦਾ ਅਰਥ ਹੁੰਦਾ ਹੈ ਪ੍ਰਸਿੱਧੀ ਵਾਲਾ। ਹਾਂਜੀ, ਇਸ ਤਸਵੀਰ ਨੂੰ ਦੇਖ ਕੇ ਆਪਾਂ ਮਹਾਨ ਦਾ ਵਾਕ ਬਣਾਉਂਦੇ ਹਾਂ। ਮੇਰਾ ਦੇਸ਼ ਭਾਰਤ ਸਭ ਤੋਂ ਮਹਾਨ ਦੇਸ਼ ਹੈ। ਹਾਂਜੀ, ਇਸ ਦਾ ਦੂਜਾ ਵਾਕ ਆਪਾਂ ਇਸ ਤਸਵੀਰ ਨੂੰ ਦੇਖ ਕੇ ਬਣਾਉਂਦੇ ਹਾਂ। ਸ਼ਹੀਦ ਭਗਤ ਸਿੰਘ ਪੰਜਾਬ ਦੇ ਮਹਾਨ ਦੇਸ਼ ਭਗਤ ਹੋਏ ਹਨ। ਹੁਣ ਆਪਾਂ ਇਹਨਾਂ ਕਾਵਿ ਸਤਰਾਂ ਵਿੱਚੋਂ ਵਾਕ ਬਣਾਵਾਂਗੇ। ਕਰਕੇ ਮਨ ਦੇ ਨਾਲ ਪੜ੍ਹਾਈ, ਉੱਚੀ ਉੱਚੀ ਵਿੱਦਿਆ ਪਾ ਕੇ, ਪੂਰੀ ਭਰਵੀਂ ਮਿਹਨਤ ਕਰਕੇ, ਸੂਝ ਵਧਾ ਕੇ, ਗਿਆਨ ਵਧਾ ਕੇ, ਮੈਂ ਚੰਗਾ ਵਿਦਵਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਹਾਂਜੀ ਬੱਚਿਓ, ਇਹਨਾਂ ਕਾਵਿ ਸਤਰਾਂ ਵਿੱਚੋਂ ਆਪਾਂ ਗਿਆਨ ਸ਼ਬਦ ਦਾ ਵਾਕ ਬਣਾਵਾਂਗੇ। ਗਿਆਨ ਦਾ ਅਰਥ ਹੁੰਦਾ ਹੈ ਜਾਣਕਾਰੀ। ਇਸ ਤਸਵੀਰ ਨੂੰ ਦੇਖ ਕੇ ਗਿਆਨ ਦਾ ਕੀ ਵਾਕ ਬਣੇਗਾ? ਹਾਂਜੀ, ਕਿਤਾਬਾਂ ਗਿਆਨ ਦਾ ਭੰਡਾਰ ਹਨ। ਹਾਂਜੀ, ਹੁਣ ਇਸ ਤਸਵੀਰ ਨੂੰ ਦੇਖ ਕੇ ਆਪਾਂ ਗਿਆਨ ਸ਼ਬਦ ਦਾ ਦੂਜਾ ਵਾਕ ਬਣਾਉਂਦੇ ਹਾਂ। ਗਿਆਨ ਪ੍ਰਾਪਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਇਹਨਾਂ ਕਾਵਿ ਸਤਰਾਂ ਵਿੱਚੋਂ ਹੀ ਆਪਾਂ ਇੱਕ ਹੋਰ ਵਾਕ ਬਣਾਉਂਦੇ ਹਾਂ। ਕਰਕੇ ਮਨ ਦੇ ਨਾਲ ਪੜ੍ਹਾਈ, ਉੱਚੀ ਉੱਚੀ ਵਿੱਦਿਆ ਪਾ ਕੇ, ਪੂਰੀ ਭਰਵੀਂ ਮਿਹਨਤ ਕਰਕੇ, ਸੂਝ ਵਧਾ ਕੇ, ਗਿਆਨ ਵਧਾ ਕੇ, ਮੈਂ ਚੰਗਾ ਵਿਦਵਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਹਾਂਜੀ ਬੱਚਿਓ, ਇਹਨਾਂ ਵਿੱਚੋਂ ਆਪਾਂ ਮਿਹਨਤ ਸ਼ਬਦ ਉੱਤੇ ਵਾਕ ਬਣਾਵਾਂਗੇ। ਮਿਹਨਤ ਦਾ ਅਰਥ ਹੁੰਦਾ ਹੈ ਲਗਨ ਨਾਲ ਕੰਮ ਕਰਨਾ। ਇਸ ਤਸਵੀਰ ਨੂੰ ਦੇਖ ਕੇ ਆਪਾਂ ਮਿਹਨਤ ਦਾ ਵਾਕ ਕੀ ਬਣਾਵਾਂਗੇ? ਮਿਹਨਤ ਸਫਲਤਾ ਦੀ ਪੌੜੀ ਹੈ। ਹਾਂਜੀ, ਇਸ ਦਾ ਦੂਜਾ ਵਾਕ ਆਪਾਂ ਇਸ ਤਸਵੀਰ ਨੂੰ ਦੇਖ ਕੇ ਬਣਾਉਂਦੇ ਹਾਂ। ਕਿਸਾਨ ਖੇਤਾਂ ਵਿੱਚ ਮਿਹਨਤ ਕਰ ਰਿਹਾ ਹੈ। ਹਿੰਦੂ ਮੁਸਲਿਮ ਸਿੱਖ ਈਸਾਈ ਮੈਨੂੰ ਕੋਈ ਨਹੀਂ ਪਰਾਇਆ, ਲੱਗਦਾ ਮੈਨੂੰ ਆਪਣਿਆਂ ਵਾਂਗਰ, ਹਰ ਇੱਕ ਭਾਰਤ ਮਾਂ ਦਾ ਜਾਇਆ। ਹਾਂਜੀ ਬੱਚਿਓ, ਇਹਨਾਂ ਕਾਵਿ ਸਤਰਾਂ ਵਿੱਚੋਂ ਆਪਾਂ ਪਰਾਇਆ ਸ਼ਬਦ ਦਾ ਵਾਕ ਬਣਾਵਾਂਗੇ। ਪਰਾਇਆ ਦਾ ਅਰਥ ਹੁੰਦਾ ਹੈ ਬੇਗਾਨਾ। ਹਾਂਜੀ, ਇਸ ਤਸਵੀਰ ਨੂੰ ਦੇਖ ਕੇ ਪਰਾਇਆ ਦਾ ਆਪਾਂ ਕੀ ਵਾਕ ਬਣਾਵਾਂਗੇ? ਪਰਾਇਆ ਧਨ ਕਦੇ ਖੁਸ਼ੀ ਨਹੀਂ ਦਿੰਦਾ। ਹਾਂਜੀ, ਇਸ ਦਾ ਦੂਜਾ ਵਾਕ ਇਸ ਤਸਵੀਰ ਨੂੰ ਦੇਖ ਕੇ ਬਣਾਉਂਦੇ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੂੰ ਪਰਾਇਆ ਨਹੀਂ ਸਮਝਦੇ ਸਨ। ਘਰ ਦਾ ਕੰਮ। ਹਾਂਜੀ ਬੱਚਿਓ, ਤੁਸੀਂ ਸਾਰਿਆਂ ਨੇ ਆਪਣੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 65 ਅਤੇ 66 ਦੇ ਉੱਤੇ ਆਏ ਹੋਏ ਵਾਕ ਸੁੰਦਰ ਲਿਖਾਈ ਦੇ ਵਿੱਚ ਲਿਖਣੇ ਹਨ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਆਪਾਂ ਚੌਥੀ ਜਮਾਤ ਦੇ ਗਣਿਤ ਵਿਸ਼ੇ ਦੇ ਅਧਿਆਇ ਨੰਬਰ 3 ਪਿਨਾਤਮਕ ਸੰਖਿਆਵਾਂ ਤੇ ਪੰਨਾ ਨੰਬਰ 87 ਤੋਂ ਪਿਨਾਤਮਕ ਚਾਰਟ ਬਣਾਉਣਾ ਸਿੱਖਾਂਗੇ। ਆਓ ਸ਼ੁਰੂ ਕਰੀਏ। ਹਾਂਜੀ ਪਿਆਰੇ ਬੱਚਿਓ, ਇੱਥੇ ਸਾਡੇ ਕੋਲ 4 ਅਲੱਗ-ਅਲੱਗ ਰੰਗ ਦੀਆਂ ਪੱਟੀਆਂ ਹਨ। ਲਾਲ, ਪੀਲੀ, ਨੀਲੀ, ਹਰੀ। ਇਹ ਚਾਰੋਂ ਪੱਟੀਆਂ ਹੀ ਆਕਾਰ ਵਿੱਚ ਇੱਕ ਦੂਸਰੇ ਦੇ ਬਿਲਕੁਲ ਬਰਾਬਰ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਲਾਲ ਰੰਗ ਦੀ ਪੱਟੀ ਹੈ, ਜਿਸ ਨੂੰ ਕਿ ਪੂਰਨ ਪਿੰਨ ਕਹਿੰਦੇ ਹਨ। ਇਸ ਨੂੰ 1/1 ਦੇ ਰੂਪ ਵਿੱਚ ਲਿਖਦੇ ਹਾਂ। ਦੂਸਰੇ ਨੰਬਰ ਤੇ ਸਾਡੇ ਕੋਲ ਪੀਲੇ ਰੰਗ ਦੀ ਪੱਟੀ ਹੈ, ਜੋ ਕਿ ਆਕਾਰ ਵਿੱਚ ਲਾਲ ਰੰਗ ਦੀ ਪੱਟੀ ਦੇ ਬਿਲਕੁਲ ਬਰਾਬਰ ਹੈ। ਇਸ ਨੂੰ ਅਸੀਂ 2 ਬਰਾਬਰ ਹਿੱਸਿਆਂ ਵਿੱਚ ਵੰਡਦੇ ਹਾਂ। 2 ਬਰਾਬਰ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਪਹਿਲੇ ਹਿੱਸੇ ਦੀ ਭਿੰਨ ਹੋਏਗੀ 1/2 ਅਤੇ ਦੂਸਰੇ ਹਿੱਸੇ ਦੀ ਵੀ ਭਿੰਨ ਹੋਏਗੀ 1/2 ਅਤੇ ਇਹ ਦੋਵੇਂ ਹਿੱਸੇ ਆਪਸ ਵਿੱਚ ਮਿਲ ਕੇ 2/2 ਦੀ ਭਿੰਨ ਬਣਾਉਣਗੇ।
ਤੀਸਰੇ ਨੰਬਰ ਤੇ ਸਾਡੇ ਕੋਲ ਨੀਲੇ ਰੰਗ ਦੀ ਪੱਟੀ ਹੈ ਜੋ ਕਿ ਆਕਾਰ ਵਿੱਚ ਪੀਲੀ ਅਤੇ ਲਾਲ ਪੱਟੀ ਦੇ ਬਿਲਕੁਲ ਬਰਾਬਰ ਹੈ। ਇਸ ਨੀਲੀ ਪੱਟੀ ਨੂੰ ਅਸੀਂ 3 ਬਰਾਬਰ ਹਿੱਸਿਆਂ ਵਿੱਚ ਵੰਡਦੇ ਹਾਂ। 3 ਬਰਾਬਰ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਪਹਿਲੇ ਹਿੱਸੇ ਦੀ ਭਿੰਨ ਹੋਏਗੀ 1/3, ਦੂਸਰੇ ਹਿੱਸੇ ਦੀ ਭਿੰਨ ਹੋਏਗੀ 1/3 ਅਤੇ ਤੀਸਰੇ ਹਿੱਸੇ ਦੀ ਵੀ ਭਿੰਨ ਹੋਏਗੀ 1/3 ਅਤੇ ਇਹ ਤਿੰਨੋਂ ਹਿੱਸੇ ਆਪਸ ਵਿੱਚ ਮਿਲ ਕੇ 3/3 ਦੀ ਭਿੰਨ ਬਣਾਉਣਗੇ। ਚੌਥੇ ਨੰਬਰ ਤੇ ਸਾਡੇ ਕੋਲ ਹਰੇ ਰੰਗ ਦੀ ਪੱਟੀ ਹੈ ਜੋ ਕਿ ਆਕਾਰ ਵਿੱਚ ਇਹਨਾਂ 3 ਪੱਟੀਆਂ ਦੇ ਬਿਲਕੁਲ ਬਰਾਬਰ ਹੈ। ਇਸ ਹਰੀ ਪੱਟੀ ਨੂੰ ਅਸੀਂ 4 ਬਰਾਬਰ ਹਿੱਸਿਆਂ ਵਿੱਚ ਵੰਡਦੇ ਹਾਂ। 4 ਬਰਾਬਰ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਪਹਿਲੇ ਹਿੱਸੇ ਦੀ ਭਿੰਨ ਹੋਏਗੀ 1/4, ਦੂਸਰੇ ਹਿੱਸੇ ਦੀ ਭਿੰਨ ਹੋਏਗੀ 1/4, ਤੀਸਰੇ ਹਿੱਸੇ ਦੀ ਭਿੰਨ ਹੋਏਗੀ 1/4 ਅਤੇ ਚੌਥੇ ਹਿੱਸੇ ਦੀ ਵੀ ਭਿੰਨ ਹੋਏਗੀ 1/4 ਅਤੇ ਇਹ ਚਾਰੋਂ ਹਿੱਸੇ ਆਪਸ ਵਿੱਚ ਮਿਲ ਕੇ 4/4 ਦੀ ਭਿੰਨ ਬਣਾਉਣਗੇ। ਉਪਰੋਕਤ ਤੋਂ ਸਪਸ਼ਟ ਹੁੰਦਾ ਹੈ ਕਿ 2/2 ਬਰਾਬਰ ਹੈ 3/3 ਦੇ, 3/3 ਬਰਾਬਰ ਹੈ 4/4 ਦੇ ਅਤੇ 4/4 ਬਰਾਬਰ ਹੈ 1 ਦੇ। ਤਾਂ ਬੱਚਿਓ ਹੁਣ ਇਸ ਭਿੰਨਾਂ ਅਨੁਸਾਰ ਅਸੀਂ ਇਹ ਅਲੱਗ-ਅਲੱਗ ਪੱਟੀਆਂ ਕੱਟ ਕੇ ਇੱਕ ਭਿੰਨਾਤਮਕ ਕਿੱਟ ਤਿਆਰ ਕਰਾਂਗੇ ਅਤੇ ਇੱਕ ਛੋਟੀ ਜਿਹੀ ਗੇਮ ਖੇਡਾਂਗੇ। ਹਾਂਜੀ ਬੱਚਿਓ, ਅਮਨ ਤੇ ਰਮਨ ਤੁਸੀਂ ਗੇਮ ਖੇਡਣ ਲਈ ਤਿਆਰ ਹੋ? ਹਾਂਜੀ ਮੈਮ। ਬੇਟਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਲਾਲ ਰੰਗ ਦੀ ਪੱਟੀ ਦਿੰਦੀ ਹਾਂ ਜੋ ਕਿ ਇੱਕ ਪੂਰਨ ਪਿੰਨ ਹੈ। ਹੁਣ ਤੁਹਾਨੂੰ ਇੱਕ ਭਿੰਨਾਤਮਕ ਕਿੱਟ ਦਿੰਦੀ ਹਾਂ ਜਿਸ ਵਿੱਚ ਅਲੱਗ-ਅਲੱਗ ਭਿੰਨਾਂ ਦੀਆਂ ਪੱਟੀਆਂ ਹਨ ਤੇ ਨਾਲ ਹੀ ਤੁਹਾਨੂੰ ਇੱਕ ਡਾਈਸ ਦਿੰਦੀ ਹਾਂ। ਤੁਸੀਂ ਇਸ ਡਾਈਸ ਨੂੰ ਵਾਰੀ-ਵਾਰੀ ਉੱਪਰ ਉਛਾਲੋਗੇ ਅਤੇ ਉਸ ਉੱਪਰ ਆਈ ਭਿੰਨ ਅਨੁਸਾਰ ਪੱਟੀ ਭਿੰਨਾਤਮਕ ਕਿੱਟ ਵਿੱਚੋਂ ਕੱਢੋਗੇ ਤੇ ਪੂਰਨ ਪਿੰਨ ਪੂਰੀ ਕਰੋਗੇ ਤੇ ਜੋ ਬੱਚਾ ਪਹਿਲਾਂ ਪੂਰਨ ਪਿੰਨ ਪੂਰੀ ਕਰੇਗਾ ਉਹ ਜਿੱਤ ਜਾਏਗਾ। ਹਾਂਜੀ ਅਮਨ ਬੇਟਾ, ਪਹਿਲਾਂ ਤੁਹਾਡੀ ਵਾਰੀ ਹੈ। ਸੱਟੋ ਡਾਈਸ। 1/4। ਵੈਰੀ ਗੁੱਡ। ਹਾਂਜੀ ਰਮਨ ਬੇਟਾ, ਹੁਣ ਤੁਸੀਂ 1/8। 1/4। 1/8। ਹਾਂਜੀ ਬੱਚੇ, ਵੈਰੀ ਗੁੱਡ। ਹਾਂਜੀ ਅਮਨ ਬੇਟਾ, ਹੁਣ ਤੁਸੀਂ ਸੱਟੋ ਡਾਈਸ। 1/4। ਹਾਂਜੀ ਰਮਨ ਬੇਟਾ, ਹੁਣ ਤੁਸੀਂ ਉਛਾਲੋ। 1/4। ਹਾਂਜੀ ਅਮਨ ਬੇਟਾ। 1/2। 1/2 ਨਾਲ ਤਾਂ ਪੂਰਨ ਪਿੰਨ ਬਣ ਹੀ ਨਹੀਂ ਰਹੀ। ਹਾਂ ਤੇ ਅਮਨ ਹੁਣ ਤੁਹਾਨੂੰ ਆਪਣੀ ਵਾਰੀ ਛੱਡਣੀ ਪਈ। ਹੁਣ ਰਮਨ ਬੇਟਾ ਤੁਸੀਂ ਉਛਾਲੋ ਡਾਈਸ। 1/8। ਵੈਰੀ ਗੁੱਡ। ਹਾਂਜੀ ਅਮਨ ਬੇਟਾ। 1/4। ਵੈਰੀ ਗੁੱਡ। ਅਮਨ ਨੇ ਤਾਂ ਪੂਰਨ ਪਿੰਨ ਪੂਰੀ ਕਰ ਲਈ। ਹੁਣ ਰਮਨ ਤੁਸੀਂ ਸੱਟ ਕੇ ਦੇਖੋ ਡਾਈਸ। ਤੁਹਾਨੂੰ ਕਿਹੜਾ ਚਾਹੀਦਾ ਹੈ? ਲਗਾ ਕੇ ਦੇਖੋ ਪਹਿਲਾਂ ਪਿੰਨ। 1/2 ਨਾਲ ਤਾਂ ਪੂਰਨ ਪਿੰਨ ਬਣ ਹੀ ਨਹੀਂ ਰਹੀ। ਹਾਂਜੀ। 1/4 ਨਾਲ ਵੀ ਪੂਰਨ ਪਿੰਨ ਨਹੀਂ ਬਣ ਰਹੀ। ਪਰ 1/4 ਦੇ ਨਾਲ ਅਗਰ ਤੁਸੀਂ 1/8 ਲਗਾ ਕੇ ਦੇਖੋ ਫਿਰ ਬਣ ਜਾਂਦੀ ਹੈ। ਹਾਂਜੀ। ਚਲੋ ਤੁਸੀਂ ਹੁਣੇ ਦੋਨੋਂ ਹਟ। ਹਾਂਜੀ ਰਮਨ ਬੇਟਾ, ਹੁਣ ਤੁਸੀਂ ਸੱਟੋ ਡਾਈਸ ਤੇ ਆਪਾਂ ਦੇਖਦੇ ਹਾਂ ਕਿਹੜੀ ਪਿੰਨ ਆਉਂਦੀ ਹੈ। 1/4। ਹਾਂਜੀ ਲਗਾਓ 1/4। ਹਾਂਜੀ, ਤੁਹਾਨੂੰ ਪੂਰਨ ਪਿੰਨ ਬਣਾਉਣ ਲਈ 1/8 ਹੋਰ ਚਾਹੀਦੀ ਸੀ ਪਰ ਤੁਹਾਡੀ ਵਾਰੀ ਹੋ ਚੁੱਕੀ ਹੈ, ਇਸ ਲਈ ਅਮਨ ਗੇਮ ਜਿੱਤ ਗਈ। Hello dear students, as you all are preparing for Punjab Achievement Survey, so today we will do some multiple choice questions of lesson number 3 Safety Rules from this book. Okay, are you ready? Let's start. Complete the series Ice, Rice, Nice, Dash, and your options are face, race, price, rice. Now tell me which is the correct option. Let's have a look. Face. Ice, rice, nice. Face. No, not at all. Race. Ice, rice, nice. Race. No, that's the wrong one. Price.
Ice, rice, nice, price. Yes, that's the right one. Students, you can see that all the words are ending with the same letters. Okay? Now what about rice? Ice, rice, nice, rice. No, that's the wrong option. Now students, tell me which is the correct option? Yes, it's option C, price. Okay? Now let's read the next question. Write the plural of child. And your options are childies, children, childs, children's. Now tell me which is the correct option? Let's have a look. Child is. Plural of child is not childies. That's the wrong one. Children. Yes, plural of child is children. Okay? What about childs? No, plural of child is not childs. Children's. Plural of child is not children's. That's the wrong one. Now tell me which is the correct option? Yes, what is the plural of child? It's option B, children. Okay? Plural of child is children. Now students, let's read the next question. Look at the picture and choose the correct option. The girl is dash. Students, look at the picture carefully. And your options are skipping, jumping, dancing, eating. Now tell me which is the correct option? Okay, let's have a look. Skipping. Is the girl skipping in this picture? Yes, the girl is skipping. What about jumping? Students, is the girl jumping in this picture? No. Dancing. Is the girl dancing in this picture? No, not at all. What about eating? Students, is the girl eating in this picture? No, that's the wrong option. So now tell me which is the correct option? Yes, it's A, skipping. The girl is skipping. Now students, let's read the last question. Red light indicates to start, stop, ready, go. Yes, tell me the correct option. Think about it. Let's have a look. Students, we already know that the red light tells us to stop, yellow light tells us to wait, and green light tells us to go. So now, tell me which is the correct option? Yes, it's option B, stop. Red light indicates to stop. Okay? I hope you have enjoyed the class, and now it's time for your homework. And your homework is to write these questions in the notebook. Okay? So give your best and have a nice day ahead. ਪਿਆਰੇ ਬੱਚਿਓ, ਕਿਹਾ ਜਾਂਦਾ ਹੈ ਸਾਰੀਆਂ ਗੱਲਾਂ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਹਾਂਜੀ, ਸਾਨੂੰ ਪੋਸ਼ਕ ਤੱਤਾਂ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਹ ਪੋਸ਼ਕ ਤੱਤ ਸਾਨੂੰ ਕਿੱਥੋਂ ਮਿਲਦੇ ਹਨ ਤੇ ਸਾਡੇ ਸਰੀਰ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ? ਆਓ ਜਾਣਦੇ ਹਾਂ ਅਸੀਂ ਆਪਣੇ ਅੱਜ ਦੇ ਅਧਿਆਏ ਚੰਗਾ ਖਾਈਏ ਸਿਹਤ ਬਣਾਈਏ ਵਿੱਚ। ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਕਾਰਬੋਹਾਈਡਰੇਟ ਦੇ ਬਾਰੇ ਵਿੱਚ। ਇਹ ਪੋਸ਼ਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮਾਂ ਲਈ ਊਰਜਾ ਦਿੰਦਾ ਹੈ ਤੇ ਕਾਰਬੋਹਾਈਡਰੇਟ ਦੇ ਸੋਮੇ ਕਿਹੜੇ ਹਨ? ਚਾਵਲ, ਕਣਕ, ਗੰਨਾ, ਸ਼ੱਕਰਕੰਦੀ, ਆਲੂ ਅਤੇ ਮਿੱਠੇ ਫਲ। ਇਸੇ ਤਰ੍ਹਾਂ ਦੇਖਦੇ ਹਾਂ ਕਿ ਚਰਬੀ ਦੇ ਸੋਮੇ ਕਿਹੜੇ ਹਨ ਤੇ ਇਹ ਸਾਡੇ ਲਈ ਕਿਵੇਂ ਫਾਇਦੇਮੰਦ ਹੈ। ਚਰਬੀ ਕਾਰਬੋਹਾਈਡਰੇਟ ਨਾਲੋਂ ਜ਼ਿਆਦਾ ਊਰਜਾ ਦਿੰਦੀ ਹੈ। ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਤੇ ਇਸ ਦੇ ਸੋਮੇ ਹਨ ਘਿਓ, ਮੱਖਣ, ਗਿਰੀਆਂ, ਮੀਟ ਆਦਿ। ਪ੍ਰੋਟੀਨ ਦੇ ਬਾਰੇ ਵਿੱਚ ਜਾਣਦੇ ਹਾਂ। ਪ੍ਰੋਟੀਨ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ। ਤੁਹਾਡੇ ਵਰਗੇ ਬੱਚਿਆਂ ਨੂੰ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਣਾ ਚਾਹੀਦਾ ਹੈ। ਪ੍ਰੋਟੀਨ ਦੇ ਮੁੱਖ ਸੋਮੇ ਹਨ ਆਂਡੇ, ਮੱਛੀ, ਦੁੱਧ, ਪਨੀਰ ਅਤੇ ਦਾਲ। ਵਿਟਾਮਿਨ ਕਈ ਤਰ੍ਹਾਂ ਦੇ ਹੁੰਦੇ ਹਨ। ਵਿਟਾਮਿਨ A, B, C, D, E ਅਤੇ K। ਇਹ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖਦੇ ਹਨ। ਵਿਟਾਮਿਨ A ਸਾਨੂੰ ਅੰਧਰਾਤਾ ਰੋਗ ਤੋਂ, B ਬੇਰੀ ਤੋਂ, C ਸਕਰਵੀ ਤੋਂ ਅਤੇ D ਰਿਕਟਸ ਰੋਗ ਤੋਂ ਬਚਾਉਂਦਾ ਹੈ। ਇਹਨਾਂ ਦੇ ਮੁੱਖ ਸੋਮੇ ਹਨ ਗਾਜਰ, ਟਮਾਟਰ, ਸੰਤਰਾ। ਇਸ ਤੋਂ ਇਲਾਵਾ ਹੋਰ ਵੀ ਹਰੀਆਂ ਸਬਜ਼ੀਆਂ, ਫਲਾਂ ਤੋਂ ਸਾਨੂੰ ਇਹ ਵਿਟਾਮਿਨ ਪ੍ਰਾਪਤ ਹੁੰਦੇ ਹਨ। ਵਿਟਾਮਿਨ E ਅਤੇ K ਵੀ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਵਿਟਾਮਿਨ D ਸਾਨੂੰ ਧੁੱਪ ਤੋਂ ਮਿਲਦਾ ਹੈ। ਖਣਿਜ ਪਦਾਰਥ ਦੀ ਗੱਲ ਕਰਦੇ ਹਾਂ। ਖਣਿਜ ਪਦਾਰਥ ਵੀ ਕਈ ਤਰ੍ਹਾਂ ਦੇ ਹੁੰਦੇ ਹਨ,
ਜਿਵੇਂ ਕੈਲਸ਼ੀਅਮ, ਆਇਰਨ, ਆਇਓਡੀਨ, ਬਹੁਤ ਸਾਰੇ ਇਸ ਤਰ੍ਹਾਂ ਦੇ ਖਣਿਜ ਪਦਾਰਥ ਹਨ। ਖਣਿਜ ਵੀ ਸਾਡੇ ਸਰੀਰ ਨੂੰ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਰੱਖਦੇ ਹਨ। ਇਹ ਹੱਡੀਆਂ, ਦੰਦ ਅਤੇ ਖੂਨ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਸੋਮੇ ਹਨ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦੁੱਧ, ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ। ਇਸ ਤੋਂ ਇਲਾਵਾ ਹੁਣ ਜਾਣਦੇ ਹਾਂ ਅਸੀਂ ਸੰਤੁਲਿਤ ਭੋਜਨ ਦੇ ਬਾਰੇ ਵਿੱਚ। ਉਹ ਭੋਜਨ ਜਿਸ ਵਿੱਚ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸਾਨੂੰ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਨਾ ਕਿ ਇਸ ਵਿੱਚ ਫਲ, ਸਬਜ਼ੀਆਂ, ਦੁੱਧ, ਪਨੀਰ, ਅੰਡੇ, ਮਾਸ ਸਾਰਾ ਕੁਝ ਹੈ, ਉਸ ਨੂੰ ਅਸੀਂ ਸੰਤੁਲਿਤ ਭੋਜਨ ਕਹਿੰਦੇ ਹਾਂ। ਹੁਣ ਦੇਖਦੇ ਹਾਂ ਘਰ ਦੇ ਕੰਮ ਨੂੰ। ਆਪਣੀਆਂ ਕਾਪੀਆਂ ਤੇ ਨੋਟ ਕਰੋ। ਪਹਿਲਾ ਪ੍ਰਸ਼ਨ ਹੈ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੇ ਵੱਖ-ਵੱਖ ਸੋਮੇ ਲਿਖੋ। ਅਗਲਾ ਪ੍ਰਸ਼ਨ ਹੈ ਕਿਸ ਵਿਟਾਮਿਨ ਦੀ ਕਮੀ ਕਰਕੇ ਅੰਧਰਾਤਾ ਰੋਗ ਹੁੰਦਾ ਹੈ? ਜਮਾਤ 5ਵੀਂ, ਵਿਸ਼ਾ ਪੰਜਾਬੀ, ਪਾਠ 9, ਸੁੰਡ ਤੇ ਹਲਦੀ। ਇਹ ਇੱਕ ਕਹਾਣੀ ਹੈ ਤੇ ਇਸ ਕਹਾਣੀ ਦੇ ਲੇਖਕ ਹਨ ਡਾਕਟਰ ਵਣਜਾਰਾ ਭੇਦੀ। ਅੱਜ ਅਸੀਂ ਇਸ ਕਹਾਣੀ ਦੇ ਵਿੱਚੋਂ ਇੱਕ ਉਪ ਵਿਸ਼ਾ ਕਰਾਂਗੇ, ਪੜਨਾਮ ਚੁਣੋ। ਤੇ ਆਓ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੁਝ ਸਤਰਾਂ ਪੜਾਂਗੇ। ਆਓ ਤੁਸੀਂ ਵੀ ਮੇਰੇ ਨਾਲ ਨਾਲ ਉਚਾਰਨ ਕਰਨਾ ਹੈ ਅਤੇ ਪੜ੍ਹਨਾ ਵੀ ਹੈ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਅਮਰੀਕ ਸਿੰਘ ਹੈ। ਉਹਨਾਂ ਦੀ ਉਮਰ 73 ਵਰ੍ਹੇ ਹੈ। ਉਹ ਰੋਜ਼ ਸਵੇਰੇ ਸਵਖਤੇ ਉੱਠ ਕੇ ਸੈਰ ਕਰਨ ਜਾਂਦੇ ਹਨ। ਮੈਂ ਵੀ ਆਪਣੇ ਪਿਤਾ ਜੀ ਦੇ ਨਾਲ ਸੈਰ ਕਰਨ ਜਾਂਦਾ ਹਾਂ। ਸਾਡਾ ਸਾਰਾ ਪਰਿਵਾਰ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹੈ। ਪਿਆਰੇ ਬੱਚਿਓ, ਇਹਨਾਂ ਸਤਰਾਂ ਦੇ ਵਿੱਚੋਂ ਅਸੀਂ ਕੁਝ ਪੜਨਾਮ ਸ਼ਬਦ ਵੇਖਾਂਗੇ। ਆਓ ਇੱਕ ਇੱਕ ਸਤਰ ਦੇ ਵਿੱਚੋਂ ਵੇਖਦੇ ਹਾਂ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਅਮਰੀਕ ਸਿੰਘ ਹੈ। ਇਸ ਵਾਕ ਵਿੱਚ ਸਰਦਾਰ ਅਮਰੀਕ ਸਿੰਘ ਇੱਕ ਨਾਮ ਸ਼ਬਦ ਹੈ। ਜਿਵੇਂ ਕਿ ਤੁਸੀਂ ਨਾਮ ਸ਼ਬਦ ਬਾਰੇ ਪਾਠ 1 ਵਿੱਚ ਮੇਰਾ ਹਿੰਦੁਸਤਾਨ ਕਵਿਤਾ ਪੜ੍ਹਨ ਉਪਰੰਤ ਕਰ ਚੁੱਕੇ ਹੋ। ਆਮ ਨਾਮ ਅਤੇ ਖਾਸ ਨਾਮ ਚੁਣਨੇ ਵੀ ਸਿੱਖ ਚੁੱਕੇ ਹੋ। ਸਰਦਾਰ ਅਮਰੀਕ ਸਿੰਘ ਇੱਕ ਨਾਮ ਹੈ ਅਤੇ ਅਜਿਹਾ ਸ਼ਬਦ ਜਿਸ ਤੋਂ ਕਿਸੇ ਨਾਮ ਦਾ ਪਤਾ ਲੱਗੇ ਉਸ ਨੂੰ ਨਾਮ ਆਖਦੇ ਹਨ। ਤੇ ਇਸ ਵਿੱਚ ਦੂਜਾ ਸ਼ਬਦ ਹੈ ਮੇਰੇ। ਇਹ ਸ਼ਬਦ ਇੱਕ ਪੜਨਾਮ ਹੈ। ਤੇ ਅੱਜ ਅਸੀਂ ਹੋਰ ਵਾਕਾਂ ਦੇ ਵਿੱਚੋਂ ਅਜਿਹੇ ਸ਼ਬਦਾਂ ਦੀ ਚੋਣ ਕਰਾਂਗੇ। ਤੇ ਆਓ ਫਿਰ ਦੂਜਾ ਵਾਕ ਦੇਖਦੇ ਹਾਂ। 73 ਵਰ੍ਹੇ ਹੈ। ਇਸ ਵਾਕ ਵਿੱਚ ਉਹਨਾਂ ਸ਼ਬਦ ਸਰਦਾਰ ਅਮਰੀਕ ਸਿੰਘ ਦੀ ਜਗ੍ਹਾ ਤੇ ਵਰਤਿਆ ਗਿਆ ਹੈ, ਇਸ ਲਈ ਉਹਨਾਂ ਸ਼ਬਦ ਇੱਕ ਪੜਨਾਮ ਹੈ। ਇਸ ਤੋਂ ਅਗਲਾ ਵਾਕ ਦੇਖਦੇ ਹਾਂ। ਉਹ ਰੋਜ਼ ਸਵੇਰੇ ਸਵਖਤੇ ਉੱਠ ਕੇ ਸੈਰ ਕਰਨ ਜਾਂਦੇ ਹਨ। ਇਸ ਵਾਕ ਵਿੱਚ ਉਹ ਸ਼ਬਦ ਵੀ ਅਮਰੀਕ ਸਿੰਘ ਦੀ ਜਗ੍ਹਾ ਤੇ ਵਰਤਿਆ ਗਿਆ ਹੈ, ਇਸ ਲਈ ਇਹ ਸ਼ਬਦ ਇੱਕ ਪੜਨਾਮ ਹੈ। ਪਿਆਰੇ ਬੱਚਿਓ, ਇਹਨਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਸ਼ਬਦ ਕਿਸੇ ਨਾਮ ਦੀ ਜਗ੍ਹਾ ਤੇ ਵਰਤਦੇ ਹਾਂ ਉਸ ਨੂੰ ਅਸੀਂ ਪੜਨਾਮ ਆਖਦੇ ਹਾਂ। ਹੁਣ ਅਸੀਂ ਅਗਲਾ ਵਾਕ ਵੇਖਦੇ ਹਾਂ। ਮੈਂ ਵੀ ਆਪਣੇ ਪਿਤਾ ਜੀ ਦੇ ਨਾਲ ਸੈਰ ਕਰਨ ਜਾਂਦਾ ਹਾਂ। ਇਸ ਵਿੱਚ ਮੈਂ ਤੇ ਆਪਣੇ ਦੋਵੇਂ ਸ਼ਬਦ ਪੜਨਾਮ ਹਨ। ਤੇ ਸਾਡਾ ਆਖਰੀ ਵਾਕ ਹੈ ਸਾਡਾ ਸਾਰਾ ਪਰਿਵਾਰ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹੈ। ਇਹਨਾਂ ਵਿੱਚ ਸਾਡਾ ਤੇ ਉਹਨਾਂ ਇਹ ਦੋਵੇਂ ਸ਼ਬਦ ਵੀ ਪੜਨਾਮ ਹਨ। ਤੇ ਹੁਣ ਅਸੀਂ ਕੁਝ ਹੋਰ ਪੜਨਾਮ ਸ਼ਬਦਾਂ ਤੇ ਝਾਤ ਮਾਰਦੇ ਹਾਂ ਜਿਹੜੇ ਆਮ ਵਰਤੋਂ ਵਿੱਚ ਆਉਂਦੇ ਹਨ। ਜਿਵੇਂ ਪਹਿਲਾ ਸ਼ਬਦ ਹੈ ਮੈਂ। ਇਹ ਸ਼ਬਦ ਪੜਨਾਮ ਹਨ। ਦੂਜਾ ਸ਼ਬਦ ਹੈ ਮੇਰਾ, ਮੈਨੂੰ, ਅਸੀਂ, ਸਾਡਾ, ਸਾਨੂੰ, ਉਹ, ਉਹਨਾਂ, ਉਸ, ਇਹ, ਇਹਨਾਂ, ਇਸ। ਪਿਆਰੇ ਬੱਚਿਓ, ਇਹ ਕੁਝ ਪੜਨਾਮ ਸ਼ਬਦ ਹਨ ਜੋ ਤੁਸੀਂ ਆਮ ਪੜ੍ਹਦੇ ਜਾਂ ਲਿਖਦੇ ਹੋ ਤੇ ਸੁਣਦੇ ਵੀ ਹੋ। ਤੇ ਹੁਣ ਅਸੀਂ ਪਾਠ ਅਭਿਆਸ ਪੰਨਾ ਨੰਬਰ 62 ਦਾ ਇੱਕ ਉਪਵਿਸ਼ਾ ਕਰਾਂਗੇ। ਹੇਠ ਲਿਖੇ ਵਾਕਾਂ ਵਿੱਚੋਂ ਪੜਨਾਮ ਸ਼ਬਦਾਂ ਤੇ ਗੂੜਾ ਲਾਓ। ਤੇ ਆਓ, ਪਹਿਲਾ ਵਾਕ ਹੈ ਤੂੰ ਉਸ ਦੇ ਨਾਲ ਚਲੀ ਜਾਵੀਂ। ਇਸ ਵਾਕ ਵਿੱਚ ਪੜਨਾਮ ਸ਼ਬਦਾਂ ਤੇ ਗੂੜਾ ਲਗਾਉਣਾ ਹੈ। ਹਾਂਜੀ ਮਨਪ੍ਰੀਤ ਕੌਰ, ਤੁਸੀਂ ਦੱਸੋ ਇਸ ਵਾਕ ਵਿੱਚ ਪੜਨਾਮ ਸ਼ਬਦ ਕਿਹੜਾ ਹੈ? ਹਾਂਜੀ ਬਿਲਕੁਲ ਠੀਕ ਜੀ, ਤੂੰ ਸ਼ਬਦ ਪੜਨਾਮ ਹੈ। ਤੇ ਕੀ ਇਸ ਵਿੱਚ ਹੋਰ ਵੀ ਕੋਈ ਸ਼ਬਦ ਹੈ ਜੋ ਪੜਨਾਮ ਹੈ? ਹਾਂਜੀ ਬਿਲਕੁਲ ਠੀਕ ਹੈ ਜੀ, ਇਸ ਵਿੱਚ ਉਸ ਸ਼ਬਦ ਵੀ ਪੜਨਾਮ ਹੈ। ਹੁਣ ਦੂਜਾ ਵਾਕ ਦੇਖਦੇ ਹਾਂ। ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁਣਗੁਣਾਉਣ ਲੱਗੀ। ਬਹੁਤ ਬੱਚਿਆਂ ਦੇ ਹੱਥ ਖੜੇ ਹਨ। ਹਾਂਜੀ ਦੇਖੀ ਕਿਹੜਾ ਬੱਚਾ ਸਹੀ ਜਵਾਬ ਦਿੰਦਾ ਹੈ। ਹਾਂਜੀ ਮਨਦੀਪ ਸਿੰਘ ਜੀ, ਤੁਸੀਂ ਦੱਸੋ। ਬਿਲਕੁਲ ਠੀਕ ਜੀ, ਇਹ ਸ਼ਬਦ ਪੜਨਾਮ ਹੈ। ਤੇ ਕੀ ਇਸ ਵਿੱਚ ਕੋਈ ਹੋਰ ਸ਼ਬਦ ਵੀ ਪੜਨਾਮ ਹੈ? ਬਹੁਤੇ ਬੱਚਿਆਂ ਦੇ ਹੱਥ ਖੜੇ ਹਨ। ਮੈਨੂੰ ਆਵਾਜ਼ ਆ ਰਹੀ ਹੈ। ਹਾਂ ਬਿਲਕੁਲ ਜੀ, ਇਸ ਵਿੱਚ ਉਹ ਸ਼ਬਦ ਵੀ ਪੜਨਾਮ ਹੈ। ਹੁਣ ਸਾਡੇ ਕੋਲ ਤੀਜਾ ਵਾਕ ਹੈ ਮੈਂ ਹਾਂ ਤੇਰੀ ਧੀ ਧਿਆਣੀ। ਇਸ ਵਾਕ ਵਿੱਚ ਕਿਹੜਾ ਸ਼ਬਦ ਪੜਨਾਮ ਹੈ? ਬਿਲਕੁਲ ਠੀਕ ਜੀ, ਬਹੁਤੇ ਬੱਚਿਆਂ ਨੇ ਇਕੱਠੀ ਆਵਾਜ਼ ਦਿੱਤੀ ਹੈ। ਮੈਂ ਅਤੇ ਤੇਰੀ, ਇਹ ਦੋਵੇਂ ਸ਼ਬਦ ਪੜਨਾਮ ਹਨ।
ਹੁਣ ਤੁਹਾਡਾ ਘਰ ਦਾ ਕੰਮ ਹੈ ਹੇਠ ਲਿਖੇ ਵਾਕਾਂ ਵਿੱਚੋਂ ਪੜਨਾਮ ਸ਼ਬਦਾਂ ਤੇ ਗੋਲਾ ਲਾਓ। ਪੰਜਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਵਿਸ਼ਾ ਗਣਿਤ ਵਿੱਚ ਅਧਿਆਇ 3 ਚੱਲ ਰਿਹਾ ਹੈ। ਹੁਣ ਤੱਕ ਤੁਸੀਂ ਦੋ ਸੰਖਿਆਵਾਂ ਦਾ ਲਘੁੱਤਮ ਸਮਾਪਤ ਪ੍ਰਤਿ ਪਤਾ ਕਰਨਾ ਸਿੱਖ ਲਿਆ ਹੈ। ਅੱਜ ਦੀ ਕਲਾਸ ਵਿੱਚ ਅਸੀਂ ਤਿੰਨ ਸੰਖਿਆਵਾਂ ਦਾ ਲਘੁੱਤਮ ਸਮਾਪਤ ਪ੍ਰਤਿ ਪਤਾ ਕਰਨਾ ਸਿੱਖਾਂਗੇ। ਚਲੋ ਫਿਰ ਆਓ ਸ਼ੁਰੂ ਕਰੀਏ। ਬੱਚਿਓ, ਮੇਰੇ ਕੋਲ ਇਸ ਬੋਰਡ ਤੇ 1 ਤੋਂ 100 ਤੱਕ ਗਿਣਤੀ ਲਿਖੀ ਹੋਈ ਹੈ। ਆਓ ਅਸੀਂ ਖੇਡ ਵਿਧੀ ਰਾਹੀਂ 3, 4 ਅਤੇ 6 ਦਾ ਲਘੁੱਤਮ ਸਮਾਪਤ ਪ੍ਰਤਿ ਪਤਾ ਕਰਦੇ ਹਾਂ। ਬੱਚਿਓ, ਲਘੁੱਤਮ ਸਮਾਪਤ ਪ੍ਰਤਿ ਪਤਾ ਕਰਨ ਲਈ ਸਭ ਤੋਂ ਪਹਿਲਾਂ ਅਸੀਂ 3 ਦਾ ਪਹਾੜਾ ਬੋਲਾਂਗੇ ਤੇ ਜਾਮਨੀ ਰੰਗ ਦੀ ਗੀਟੀਆਂ ਨੂੰ 3 ਦਾ ਪਹਾੜਾ ਬੋਲਦੇ ਹੋਏ ਸੰਖਿਆ ਬੋਰਡ ਤੇ ਰੱਖਾਂਗੇ। ਤੁਸੀਂ ਮੇਰੇ ਨਾਲ 3 ਦਾ ਪਹਾੜਾ ਬੋਲੋ। 3 ਏਕਮ 3, 3 ਦੂਣੀ 6, 3 ਤੀਆ 9, 3 ਚੌਕੇ 12, 3 ਪੰਜੇ 15, 3 ਛੱਕੇ 18, 3 ਸੱਤਾ 21, 3 ਅੱਠ 24, 3 ਨਾਇਆ 27, 3 ਦਾਏ 30। ਬੱਚਿਓ, ਹੁਣ ਅਸੀਂ ਲਾਲ ਰੰਗ ਦੀ ਗਿੱਟੀਆਂ ਨੂੰ 4 ਦਾ ਪਹਾੜਾ ਬੋਲਦੇ ਹੋਏ ਸੰਖਿਆ ਬੋਰਡ ਤੇ ਰੱਖਾਂਗੇ। ਆਓ ਮੇਰੇ ਨਾਲ ਹੁਣ ਤੁਸੀਂ 4 ਦਾ ਪਹਾੜਾ ਬੋਲੋ। 4 ਏਕਮ 4, 4 ਦੂਣੀ 8, 4 ਤੀਆ 12, 4 ਚੱਕ 16, 4 ਪੰਜਾ 20, 4 ਛਿੱਕਾ 24, 4 ਸੱਤ 28, 4 ਅੱਠ 32, 4 ਨਾਏ 36, 4 ਦਾਏ 40। ਬੱਚਿਓ, ਹੁਣ ਅਸੀਂ ਕਾਲੇ ਰੰਗ ਦੀ ਗਿੱਟੀਆਂ ਨੂੰ 6 ਦਾ ਪਹਾੜਾ ਬੋਲਦੇ ਹੋਏ ਸੰਖਿਆ ਬੋਰਡ ਤੇ ਰੱਖਾਂਗੇ। ਹੁਣ ਤੁਸੀਂ ਮੇਰੇ ਨਾਲ 6 ਦਾ ਪਹਾੜਾ ਬੋਲੋ। 6 ਏਕਮ 6, 6 ਦੂਣੀ 12, 6 ਤੀਆ 18, 6 ਚੌਕਾ 24, 6 ਪੰਜ 30, 6 ਛਿੱਕਾ 36, 6 ਸੱਤ 42, 6 ਅੱਠ 48, 6 ਨਾਏ 54, 6 ਦਾਏ 60। ਬੱਚਿਓ, ਹੁਣ ਅਸੀਂ ਦੇਖਦੇ ਹਾਂ ਸੰਖਿਆ ਬੋਰਡ ਤੇ 3 ਰੰਗ ਦੀ ਗੀਟੀਆਂ ਕਿਹੜੀ ਸੰਖਿਆਵਾਂ ਤੇ ਆਏ? 12 ਤੇ 24 ਤੇ। ਪਰ ਸਭ ਤੋਂ ਪਹਿਲਾਂ ਕਿਹੜੀ ਸੰਖਿਆ ਤੇ 3 ਰੰਗ ਦੀ ਗੀਟੀਆਂ ਆਈਆਂ? 12 ਤੇ। ਬੱਚਿਓ, ਇਸ ਲਈ 3, 4 ਅਤੇ 6 ਦਾ ਲਸਵ 12 ਹੋਵੇਗਾ। ਬੱਚਿਓ, ਹੁਣ ਅਸੀਂ ਦੇਖਦੇ ਹਾਂ ਜਾਮਨੀ ਰੰਗ ਦੀ ਗੀਟੀਆਂ ਕਿੱਥੇ ਰੱਖੀਆਂ ਸੀ? 3, 6, 9, 12, 15, 18, 21, 24, 27 ਅਤੇ 30 ਤੇ ਇਹ ਸੰਖਿਆਵਾਂ ਕੀ ਹਨ? 3 ਦੇ ਗੁਣਜ। ਹੁਣ ਅਸੀਂ ਦੇਖਦੇ ਹਾਂ ਲਾਲ ਰੰਗ ਦੀ ਗੀਟੀਆਂ ਕਿੱਥੇ ਰੱਖੀਆਂ ਸੀ? 4, 8, 12, 16, 20, 24, 28, 32, 36 ਅਤੇ 40 ਤੇ ਇਹ ਸੰਖਿਆਵਾਂ ਕੀ ਹਨ? 4 ਦੇ ਗੁਣਜ। ਹੁਣ ਅਸੀਂ ਦੇਖਦੇ ਹਾਂ ਕਾਲੇ ਰੰਗ ਦੀ ਗੀਟੀਆਂ ਕਿੱਥੇ ਰੱਖੀਆਂ ਸੀ? 6, 12, 18, 24, 30, 36, 42, 48, 54 ਤੇ 60 ਤੇ ਇਹ ਸੰਖਿਆਵਾਂ ਕੀ ਹਨ? 6 ਦੇ ਗੁਣਜ। ਬੱਚਿਓ, ਜਾਮਨੀ, ਲਾਲ ਅਤੇ ਕਾਲੀ ਗੀਟੀਆਂ ਕਿਹੜੀ ਸੰਖਿਆਵਾਂ ਤੇ ਆਏ ਸੀ? 12 ਅਤੇ 24 ਤੇ ਇਹ ਕੀ ਹਨ? 3, 4 ਅਤੇ 6 ਦੇ ਸਾਂਝੇ ਗੁਣਜ। ਪਰ ਸਭ ਤੋਂ ਪਹਿਲਾਂ 3 ਰੰਗਾਂ ਦੀ ਗੀਟੀਆਂ ਕਿਹੜੀ ਸੰਖਿਆ ਤੇ ਆਏ ਸੀ? 12 ਤੇ। ਇਸ ਲਈ ਸਭ ਤੋਂ ਛੋਟਾ ਸਾਂਝਾ ਗੁਣਜ ਕਿਹੜਾ ਹੈ? 12। ਬੱਚਿਓ, 3, 4 ਅਤੇ 6 ਦਾ ਲਸਵ 12 ਹੈ। ਬੱਚਿਓ, ਲਸਵ ਪਤਾ ਕਰਨ ਦੀ ਇਸ ਵਿਧੀ ਨੂੰ ਗੁਣਜ ਵਿਧੀ ਕਹਿੰਦੇ ਹਨ। ਬੱਚਿਓ, ਹੁਣ ਅਸੀਂ 6, 12 ਅਤੇ 24 ਦਾ ਲਸਵ ਪਤਾ ਕਰਾਂਗੇ। ਇਸ ਲਈ ਪਹਿਲਾਂ ਅਸੀਂ 6 ਦੇ ਗੁਣਜ ਲਿਖਦੇ ਹਾਂ। 6, 12, 18, 24, 30, 36, 42, 48। ਬੱਚਿਓ, ਤੁਸੀਂ ਪਹਿਲਾਂ ਪੜ੍ਹ ਹੀ ਚੁੱਕੇ ਹੋ ਗੁਣਜ ਅਨੰਤ ਹੁੰਦੇ ਹਨ। ਹੁਣ ਅਸੀਂ 12 ਦੇ ਗੁਣਜ ਲਿਖਦੇ ਹਾਂ। 12, 24, 36, 48, 60, 72, 84, 96। ਹੁਣ ਅਸੀਂ 24 ਦੇ ਗੁਣਜ ਲਿਖਦੇ ਹਾਂ। 24, 48, 72, 96, 120, 144, 168, 192। ਬੱਚਿਓ, ਹੁਣ ਅਸੀਂ 6, 12 ਅਤੇ 24 ਦੇ ਸਾਂਝੇ ਗੁਣਜ ਦੇਖਦੇ ਹਾਂ। ਬੱਚਿਓ, ਇਹਨਾਂ ਵਿੱਚੋਂ ਸਾਂਝੇ ਗੁਣਜ ਕਿਹੜੇ ਹਨ? 24, 48। ਬੱਚਿਓ, ਸਾਂਝੇ ਗੁਣਜ ਵੀ ਅਨੰਤ ਹੋ ਸਕਦੇ ਹਨ, ਪਰ
ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ ਕਿਹੜਾ ਹੈ? 24। ਇਸ ਲਈ ਬੱਚਿਓ 6, 12 ਅਤੇ 24 ਦਾ ਲਸਵ 24 ਹੈ। ਬੱਚਿਓ ਤੁਸੀਂ ਸਾਰੇ ਹੀ ਪੈਸ ਦੀ ਤਿਆਰੀ ਕਰ ਰਹੇ ਹੋ। ਪੈਸ ਦੀ ਤਿਆਰੀ ਲਈ ਅੱਜ ਦਾ ਸਵਾਲ ਹੈ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ 4 ਦਾ ਪੰਜਵਾਂ ਗੁਣਜ ਕਿਹੜਾ ਹੈ? ਬੱਚਿਓ 8 4 ਦਾ ਦੂਜਾ ਗੁਣਜ ਹੈ, ਇਸ ਲਈ ਇਹ ਜਵਾਬ ਗਲਤ ਹੈ। 16 4 ਦਾ ਚੌਥਾ ਗੁਣਜ ਹੈ, ਇਸ ਲਈ ਇਹ ਜਵਾਬ ਵੀ ਗਲਤ ਹੈ। ਬੱਚਿਓ ਹੁਣ 20 ਵੱਲ ਦੇਖਦੇ ਹਾਂ। 20 4 ਦਾ ਪੰਜਵਾਂ ਗੁਣਜ ਹੈ, ਇਸ ਲਈ ਇਹ ਜਵਾਬ ਸਹੀ ਹੈ। ਹੁਣ ਵਾਰੀ ਹੈ ਤੁਹਾਡੇ ਅੱਜ ਦੇ ਘਰ ਦੇ ਕੰਮ ਦੀ। ਤੁਸੀਂ ਅਭਿਆਸ 3.3 ਦਾ ਪ੍ਰਸ਼ਨ ਨੰਬਰ 2 ਆਪਣੀ ਕਾਪੀਆਂ ਵਿੱਚ ਹੱਲ ਕਰਨੇ ਹਨ ਤੇ ਆਪਣੇ ਅਧਿਆਪਕ ਸਾਹਿਬਾਨ ਨੂੰ ਦਿਖਾਉਣੇ ਹਨ। ਧੰਨਵਾਦ। Hello dear students. Today our topic is from lesson number 3, Child and Grandma. In today's class, we are going to do E part of the exercise. There are 2 words having same sound but different meaning. Let us frame sentences with each word. Our first set of words is W-R-I-T-E, right, and R-I-G-H-T, right. Let's make a sentence with the word right. Right means mark on a surface or paper with pen or pencil. And the sentence is, I write a letter. Next one, R-I-G-H-T, right. This is my right hand. Next set of words is N-O, no, and K-N-O-W, no. First of all, no means not any. Let's frame a sentence with the word N-O, no. I have no idea about it. I have no idea about it. And the other is K-N-O-W, no. No means be aware. They know me and my family. They know me and my family. Our third set of words is C-H-E-C-K, check, and C-H-E-Q-U-E, check. Let's frame sentences. First, check, C-H-E-C-K, check means examine or inspect. They want to check the supply. They want to check the supply. And the other one, C-H-E-Q-U-E, that belongs to bank. The bank issued me a checkbook. Check. The bank issued me a checkbook. Moving on further, B-U-Y, buy, and B-Y-E, buy. B-U-Y, buy means purchase. I will buy some sweets. I will buy some sweets. And B-Y-E, buy means to wave. He said bye to me. Bye. He said bye to me. And the last set of words is S-O-N, son, and S-U-N, son. S-O-N, son means male child. Son means male child. He is the only son of his parents. And the other is S-U-N, sun. The sun rises in the east. Sun.
The sun rises in the east. That's all for today. Now it's time for homework. And your homework is write all these sentences in your notebook and learn them too. ਪਿਆਰੇ ਵਿਦਿਆਰਥੀਓ, ਅੱਜ ਅਸੀਂ ਵਿਸ਼ਾ ਵਾਤਾਵਰਣ ਸਿੱਖਿਆ ਜਮਾਤ 5ਵੀਂ ਪਾਠ 11 ਵੰਨ ਸੁਵੰਨਾ ਭੋਜਨ ਬਾਰੇ ਪੜਾਂਗੇ। ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ। ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਅੱਜ ਅਸੀਂ ਇਸ ਪਾਠ ਦੇ ਵਿੱਚ ਅਜਿਹੇ ਹੀ ਪਰਿਵਾਰ ਗੁਰਜੀਤ ਦੇ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਖੇਤੀ ਕਰਕੇ ਕਰਦੇ ਹਨ। ਉਹਨਾਂ ਕੋਲ ਵਾਹੀਯੋਗ ਜ਼ਮੀਨ ਘੱਟ ਹੋਣ ਕਾਰਨ ਉਹ ਬਹੁਤ ਸਾਰੇ ਹੋਰ ਸਹਾਇਕ ਧੰਦੇ ਨਾਲ ਕਰਦੇ ਹਨ। ਅਸੀਂ ਉਹਨਾਂ ਬਾਰੇ ਵੀ ਅੱਜ ਗੱਲਬਾਤ ਕਰਾਂਗੇ। ਗੁਰਜੀਤ ਦਾਦਾ ਜੀ, ਚਾਚਾ ਜੀ ਅਤੇ ਆਪਣੇ ਦੋਸਤ ਹਰਮਨ ਨਾਲ ਬੈਠ ਕੇ ਟੈਲੀਵਿਜ਼ਨ ਤੇ ਖੇਤੀਬਾੜੀ ਪ੍ਰੋਗਰਾਮ ਦੇਖ ਰਿਹਾ ਸੀ। ਉਹਨਾਂ ਦਾ ਪਰਿਵਾਰ ਖੇਤੀਬਾੜੀ ਉੱਪਰ ਨਿਰਭਰ ਕਰਦਾ ਹੈ। ਉਸਦੇ ਦਾਦਾ ਜੀ ਅਤੇ ਚਾਚਾ ਜੀ ਖੇਤੀ ਕਰਦੇ ਹਨ। ਉਸਦੇ ਦਾਦਾ ਜੀ ਬਲਦਾਂ ਨਾਲ ਅਤੇ ਉਸਦੇ ਚਾਚਾ ਜੀ ਟਰੈਕਟਰ ਨਾਲ ਖੇਤੀ ਕਰਨ ਵਿੱਚ ਨਿਪੁੰਨ ਹਨ। ਉਹਨਾਂ ਦੇ ਨਾਲ ਨਾਲ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਪਿੰਡ ਦੇ ਕਿਸਾਨਾਂ ਕੋਲ ਵਾਹੀਯੋਗ ਜ਼ਮੀਨ ਬਹੁਤ ਘੱਟ ਹੈ। ਉਹ ਆਪਣੇ ਪਰਿਵਾਰ ਦੀ ਮਦਦ ਨਾਲ ਥੋੜੀ ਜ਼ਮੀਨ ਵਿੱਚੋਂ ਵੀ ਜ਼ਿਆਦਾ ਕਮਾਈ ਕਰ ਲੈਂਦੇ ਹਨ। ਉਹਨਾਂ ਦੇ ਪਰਿਵਾਰ ਕੋਲ ਵੀ ਖੇਤੀਯੋਗ ਜ਼ਮੀਨ ਬਹੁਤ ਘੱਟ ਹੈ, ਇਸ ਲਈ ਉਹ ਠੇਕੇ ਤੇ ਜ਼ਮੀਨ ਲੈਂਦੇ ਹਨ। ਖੇਤੀਬਾੜੀ ਕਰਨ ਲਈ ਕੋਆਪਰੇਟਿਵ ਸੁਸਾਇਟੀਆਂ ਕੋਲੋਂ ਸਸਤੇ ਬੀਜ, ਸੰਦ, ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਘੱਟ ਵਿਆਜ ਤੇ ਕਰਜ਼ਾ ਵੀ ਮਿਲ ਜਾਂਦਾ ਹੈ, ਜੋ ਕਿ ਕਿਸਾਨਾਂ ਲਈ ਸਹਾਇਕ ਸਿੱਧ ਹੁੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਖੇਤੀਬਾੜੀ ਦੇ ਨਾਲ ਕੁਝ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ, ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣਾ, ਖੁੰਬਾਂ ਦੀ ਕਾਸ਼ਤ ਅਤੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ, ਜਿਨ੍ਹਾਂ ਤੋਂ ਕਾਫੀ ਮੁਨਾਫਾ ਜਿਹੜਾ ਕਿਸਾਨਾਂ ਨੂੰ ਹੁੰਦਾ ਹੈ। ਇਸੇ ਤਰ੍ਹਾਂ ਗੁਰਜੀਤ ਦੇ ਮਾਤਾ ਜੀ ਅਤੇ ਦਾਦੀ ਜੀ ਹਰ ਸਾਲ ਅਚਾਰ, ਚਟਨੀਆਂ, ਮਸਾਲੇ ਅਤੇ ਮੁਰੱਬਾ ਬਣਾ ਕੇ ਵੇਚਦੇ ਸਨ। ਇਸ ਤਰੀਕੇ ਨਾਲ ਉਹਨਾਂ ਨੂੰ ਹਰ ਸਾਲ ਕਾਫੀ ਮੁਨਾਫਾ ਹੁੰਦਾ ਸੀ। ਜਿਹੜੇ ਕਿਸਾਨਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ, ਉਹ ਬਹੁਤ ਸਾਰੇ ਕੰਮ ਜਿਵੇਂ ਆਲੂ ਪੁੱਟਣਾ, ਨਰਮਾ ਚੁਗਣਾ, ਫਲਾਂ ਅਤੇ ਸਬਜ਼ੀਆਂ ਨੂੰ ਤੋੜਨ ਦਾ ਕੰਮ ਕਰਦੇ ਸਨ। ਇਸ ਤਰੀਕੇ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਆਓ ਹੁਣ ਵਾਰੀ ਹੈ ਘਰ ਦੇ ਕੰਮ ਦੀ। ਤੁਸੀਂ ਕਿਰਿਆ ਨੰਬਰ 1 ਨੂੰ ਆਪਣੀਆਂ ਕਾਪੀਆਂ ਉੱਪਰ ਨੋਟ ਕਰਨਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਕਿਸਾਨ ਹੋਣਗੇ, ਉਹਨਾਂ ਬਾਰੇ ਤੁਸੀਂ ਜਾਣਕਾਰੀ ਹਾਸਲ ਕਰਨੀ ਹੈ। ਇਸ ਕਿਰਿਆ ਦੇ ਵਿੱਚ ਖੱਬੇ ਪਾਸੇ ਤੁਸੀਂ ਕਿਸਾਨ ਦਾ ਨਾਮ ਅਤੇ ਸੱਜੇ ਪਾਸੇ ਉਹ ਕਿਸਾਨ ਕੀ ਕੰਮ ਕਰਦਾ ਹੈ, ਉਸ ਦੇ ਕੰਮ ਦੀ ਕਿਸਮ ਕਿਹੜੀ ਹੈ, ਉਸ ਬਾਰੇ ਲਿਖਣਾ ਹੈ। ਦੂਸਰੀ ਕਿਰਿਆ ਜਿਹੜੀ ਤੁਸੀਂ ਕਰਨੀ ਹੈ, ਤੁਸੀਂ ਆਪਣੇ ਪਿਤਾ ਤੋਂ ਕੋਆਪਰੇਟਿਵ ਸੁਸਾਇਟੀਆਂ ਤੋਂ ਮਿਲਦੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਤੁਸੀਂ ਖੱਬੇ ਪਾਸੇ ਕਿ ਕੋਆਪਰੇਟਿਵ ਸੁਸਾਇਟੀ ਤੋਂ ਸਾਨੂੰ ਕਿਹੜੀ ਸਹੂਲਤ ਮਿਲਦੀ ਹੈ ਅਤੇ ਉਸ ਦਾ ਸਾਨੂੰ ਕੀ ਫਾਇਦਾ ਹੁੰਦਾ ਹੈ, ਲਿਖਣਾ ਹੈ। ਆਓ ਇਹਨਾਂ ਤੋਂ ਇਲਾਵਾ ਆਪਾਂ ਕੁਝ ਪੈਸ ਆਧਾਰਿਤ ਪ੍ਰਸ਼ਨ ਉੱਤਰ ਨੋਟ ਕਰੀਏ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਪੰਜਾਬੀ ਦੀ ਲਿਖਾਈ ਦੇ ਬਾਰੇ ਗੱਲਬਾਤ ਹੈ ਜਿਹੜੀ ਉਹ ਆਪਣੀ ਚੱਲਦੀ ਪਈ ਹੈ। ਔਰ ਬੱਚੇ ਹੁਣ ਆਪਾਂ 8ਵੇਂ ਸੈੱਟ ਦੇ ਉੱਤੇ ਪਹੁੰਚ ਗਏ ਹਾਂ। 8ਵੇਂ ਸੈੱਟ ਦੇ ਵਿੱਚ ਅਸੀਂ ਕਿਹੜੇ ਕਿਹੜੇ ਅੱਖਰ ਸਿੱਖਾਂਗੇ? ਅੱਖਰ ਰਾਰਾ, ਅੱਖਰ ਹਾਹਾ ਤੇ ਅੱਖਰ ਗੱਗਾ। ਇਹਨਾਂ ਦੀ ਵੀ ਬਣਤਰ ਜਿਹੜੀ 8ਵੇਂ ਸੈੱਟ ਦੇ ਅੱਖਰਾਂ ਦੀ ਆਪਸ ਵਿੱਚ ਰਲਦੀ ਮਿਲਦੀ ਆ। ਅੱਜ ਆਪਾਂ 8ਵੇਂ ਸੈੱਟ ਦਾ ਪਹਿਲਾ ਅੱਖਰ ਰਾਰੇ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਤਾਂ ਧਿਆਨ ਨਾਲ ਬੇਟਾ ਬੋਰਡ ਦੇ ਉੱਤੇ ਦੇਖੋ, ਅੱਖਰ ਰਾਰਾ ਦੀ ਬਣਤਰ ਅਸੀਂ
ਕਿਸ ਤਰ੍ਹਾਂ ਬਣਾਵਾਂਗੇ। ਸਭ ਤੋਂ 8ਵੇਂ ਸੈੱਟ ਦਾ ਇਹ ਪਹਿਲਾ ਅੱਖਰ ਹੈਗਾ। ਸਭ ਤੋਂ ਪਹਿਲਾਂ ਬੇਟਾ ਬੋਰਡ ਦੇ ਉੱਤੇ ਅਸੀਂ ਜਿੰਨੀ ਅੱਖਰ ਦੀ ਚੌੜਾਈ ਲੈਣੀ ਹੈ, ਉੱਪਰਲੀ ਲਾਈਨ ਦੇ ਉੱਤੇ ਅਸੀਂ ਉਸ ਹਿਸਾਬ ਦੇ ਨਾਲ ਰੇਖਾ ਲੈ ਲੈਣੀ ਹੈ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਧਰਲੇ ਪਾਸੇ ਥੋੜੀ ਜਿਹੀ ਜਗ੍ਹਾ ਛੱਡਦੇ ਹੋਏ ਅਸੀਂ ਥੋੜਾ ਜਿਹਾ ਇਸ ਪਾਸੇ ਨੂੰ ਅੰਦਰੋਂ ਇੱਥੋਂ 90 ਡਿਗਰੀ ਦੇ ਉੱਤੇ ਅਸੀਂ ਥੱਲੇ ਆ ਜਾਾਂਗੇ ਬੱਚੇ। ਥੱਲੇ ਆ ਕੇ ਬੇਟਾ ਇੱਥੋਂ ਇੱਕ ਦੋ ਡਾਟ ਉੱਪਰਲੇ ਪਾਸਿਓਂ ਹੀ ਜਾਂ ਇੱਕ ਬਿੰਦੂ ਉੱਪਰਲੇ ਪਾਸਿਓਂ ਇੱਥੋਂ ਆਪਾਂ ਗੋਲਾਈ ਦੇਣੀ ਸ਼ੁਰੂ ਕਰ ਦੇਵਾਂਗੇ। ਇੱਥੇ ਗੋਲਾਈ ਦੇ ਕੇ ਇੱਥੋਂ ਬੇਟਾ ਆਹ ਰੇਖਾ ਲਗਭਗ 45 ਡਿਗਰੀ ਦੇ ਉੱਤੇ ਔਰ ਇੱਥੇ ਪਹੁੰਚ ਕੇ ਇੱਥੇ ਠਹਿਰਾਓ ਕਰਕੇ ਇਸ ਬਿੰਦੂ ਤੋਂ ਫੇਰ ਬੇਟਾ ਅਸੀਂ ਇੱਥੋਂ ਗੋਲਾਈ ਦੇ ਕੇ ਅੰਦਰਲੇ ਪਾਸੇ ਨੂੰ ਅੱਧ ਤੋਂ ਉੱਪਰਲੇ ਪਾਸਿਓਂ ਆਪਾਂ ਇਸ ਰੇਖਾ ਨੂੰ ਸੱਜੇ ਹੱਥ ਲੈ ਜਾਾਂਗੇ। ਇਹ ਬਣ ਗਿਆ ਸਾਡੇ ਕੋਲੇ ਅੱਖਰ ਰਾਰਾ। ਫੇਰ ਧਿਆਨ ਨਾਲ ਬੱਚੇ ਦੇਖ ਲਓ, ਸਭ ਤੋਂ ਪਹਿਲੇ ਸਟੈਪ ਦੇ ਉੱਤੇ ਅਸੀਂ ਆਹ ਰੇਖਾ ਲੈ ਲਈ ਸਿੱਧੀ। ਉਹਦੇ ਤੋਂ ਬਾਅਦ ਚ ਇੱਥੋਂ 90 ਡਿਗਰੀ ਦੇ ਉੱਤੇ ਅਸੀਂ ਥੱਲੇ ਆਏ, ਇੱਕ ਬਿੰਦੂ ਇੱਥੋਂ ਹੀ ਅਸੀਂ ਗੋਲਾਈ ਦੇਣੀ ਸ਼ੁਰੂ ਕੀਤੀ। ਗੋਲਾਈ ਦੇ ਕੇ ਇੱਥੋਂ ਫੇਰ 45 ਡਿਗਰੀ ਤੇ ਇੱਥੇ ਔਰ ਇਸ ਬਿੰਦੂ ਤੇ ਠਹਿਰਾਓ ਕਰਕੇ ਇੱਥੋਂ ਫੇਰ ਗੋਲਾਈ ਦੇ ਕੇ ਇੱਥੋਂ ਅਸੀਂ ਇੱਥੋਂ ਉੱਪਰਲੀ ਰੇਖਾ ਦੇ ਪੈਰਲਲ ਅੰਦਰ ਚਲੇ ਜਾਾਂਗੇ। ਇੱਥੇ ਜਾ ਕੇ ਇਹ ਬੰਦ ਹੋ ਜਾਊਗਾ ਔਰ ਇਹ ਬਣ ਗਿਆ ਅੱਖਰ ਸਾਡੇ ਕੋਲੇ ਰਾਰਾ ਬੇਟਾ। ਤਾਂ ਤੁਹਾਡਾ ਜਿਹੜਾ ਹੋਮਵਰਕ ਹੈਗਾ ਆਪਣੀਆਂ ਵਰਕਸ਼ੀਟਾਂ ਤੇ ਜਾਂ ਕਾਪੀਆਂ ਦੇ ਉੱਤੇ ਪੈਨਸਲ ਦੇ ਨਾਲ ਇਸ ਅੱਖਰ ਦਾ ਅਭਿਆਸ ਕਰਨਾ ਹੈ। ਕੱਲ ਆਪਾਂ 8ਵੇਂ ਸੈੱਟ ਦੇ ਦੂਜੇ ਅੱਖਰ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।